ਕਰਮੀ ਆਪੋ ਆਪਣੀ खे नेड़े के दूर जिनी नाम थे आया गए मशक्कत काल नानक ते मुख उजले केती छुट्टी नाल। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲਾ ਜੀ परम कृपाला ਸ਼੍ਰੀ ਗੁਰੂ ਗੋਬਿੰਦ ਸਿੰਘ विशाला ਤਰੋ ਤਰਾ ਪਰ ਪੁਨ ਪੁਨ सीसा ਜੀ जी ਪੁਨ ਪੁਨ सीसा ਬੰਦੋ ਬਾਰ ਬਾਰ जगदीसा ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ होए ਵਾਹਿਗੁਰੂ ਜੀ
ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਚੌਪਈ ਚਲਹੁ ਗ੍ਰਾਮ ਸ੍ਰੀ ਪ੍ਰਭੂ ਬਹੋਰੀ ਬੇਨਤੀ ਸਰਬ ਕਰਹਿ ਕਰ ਜੋਰੀ ਆਗਿਓ ਗਨ ਮਹਿ ਹਮ ਗਲਤਾਨਾ ਹਿੰਸਾ ਮਹਿ ਦਿਨ ਰੈਨ ਬਿਤਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई। गुरु का खास रूप गुरु खालसा साध संगत जियो धनता दे पात्र हो। संध्या वेले दे सजे हुए सचखंड दीवाना च हाजरियां भर के गरीब नवाज सतगुरु श्री गुरु ग्रंथ साहिब महाराज जी दे दर्शन परस रहे हो। सतगुरु नौवें पातशाह तिलक जंजू दे राखे धन गुरु तेग बहादुर साहिब। तेग बहादुर सिमरिया घर नौन दे आवे धाए सब थाई होए सहाय। ऐसे दीन दयाल सतगुरु नौवें पातशाह जी महाराज जी दे पावन स्थानां ते जुड़ के नौवें पातशाह जी महाराज जी दी बख्शिश दे सतगुरां दी किरपा दे पात्र बन रहे हो। आदि गुरु पहले पातशाह धन गुरु नानक देव साहब जी महाराज जी की जन्म साखी बहुत ही अदब सत्कार शरधा भावना सहित आप जी सरवण कर रहे हो। गरीब नवाज सतगुरु अंतरयामी सतगुरु एक ऐसे नगर में आए ने जिहड़ा सारा नगर ठगां दा है। पातशाह ने एक ठग दे घर विश्राम कीता है। ठगां दी विਉਂਤਬੰਦੀ सी कि रात नूं उठ के इन्हां नूं कतल करके इन्हां कोल जो कुछ है खो लवांगे। पर सतगुरां दी लीला वरती किसी भी ठग नूं जाग नहीं आई। जिस ठग दे घर सतगुरु जी बिराजे सन वो भी सुता रहा। अगला दिन चढ़िया लो लगी ते सतगुरु जी उत्थों चल पे। सतगुरां दे जाण तो बाद ठगां दी अख खुली। ਜਿਹੜੇ ਠੱਗ ਦੇ ਘਰ ਸਾਹਿਬ ਜੀ ਉਤਰੇ ਸਨ ਉਹਨੂੰ ਆ ਕੇ ਕਹਿਣ ਲੱਗੇ ਦੱਸ ਭਾਈ ਸਾਡਾ ਹਿੱਸਾ ਕਿੱਥੇ ਹੈ। ਉਹ ਆਖੇ ਜੀ ਉਹ ਤਾਂ ਚਲੇ ਗਏ ਨੇ ਪਰ ਉਹ ਮੰਨਣ ਨਾ। ਆਪਸ ਵਿੱਚ ਝਗੜਾ ਹੋਇਆ ਅਖੀਰ ਨੂੰ ਇਹਨਾਂ ਨੇ ਕਸਮਾਂ ਖਾਧੀਆਂ। ਫਿਰ ਭਾਲ ਕਰਨ ਲੱਗੇ ਲੱਭਣ ਲੱਗੇ ਪੈੜ ਵੇਖੀ। 4 ਜਣੇ ਗਏ ਤਕਰੀਬਨ 4 ਕੋਹ ਤੇ ਜਾ ਕੇ 5ਵੇਂ ਕੋਹ ਤੋਂ ਜਾ ਕੇ ਸਤਿਗੁਰਾਂ ਨੂੰ ਘੇਰ ਲਿਆ। ਕਹਿਣ ਲੱਗੇ ਜੀ ਅਸੀਂ ਠੱਗ ਹਾਂ ਤੁਹਾਡੇ ਕੋਲ ਜੋ ਹੈ ਅਸੀਂ ਖੋਣਾ ਔਰ ਤੁਹਾਨੂੰ ਕਤਲ ਕਰ ਦੇਣਾ। ਕਿਉਂਕਿ ਕਤਲ ਅਸੀਂ ਇਸ ਕਰਕੇ ਕਰਦੇ ਹਾਂ ਕਿ ਕੋਈ ਸਾਡੇ ਨਗਰ ਦੀ ਜਾ ਕੇ ਕਿਤੇ ਪੁਕਾਰ ਨਾ ਕਰੇ ਸਾਡੇ ਬਾਰੇ ਕਿਸੇ ਨੂੰ ਪਤਾ ਨਾ ਲੱਗੇ। ਮਹਾਰਾਜ ਜੀ ਕਹਿੰਦੇ ਜੇ ਮਾਰਨਾ ਤਾਂ ਘੱਟੋ ਘੱਟ ਇਹਨਾਂ ਸਰੀਰਾਂ ਦਾ ਸੰਸਕਾਰ ਕਰ ਦਿਓ। ਕਹਿੰਦੇ ਜੀ ਜੰਗਲ 'ਚ ਅੱਗ ਕਿੱਥੋਂ ਲਿਆਈਏ। पातशाह ने इशारा करके आख्या वो सामने धुआं निकलदा उत्थों अग्नि मिलेगी। जदों गए 2 जने 2 सतगुरां कोल शस्त्र लैके खलो गए। उत्थे की वेखदे ने कि एक आदमी नूं कुट्टिया जा रहा है। उत्थों लुक के अग वाले पासे अग लैके जदों परते ते की वेखदे उसे आदमी नूं बिबान ते बिठा के उहदी पूजा कर रहे ने। पुछया भाई ये की माजला है। उन्हें आख्या ये पापी सी जिहदी चिता बल रही है इनू जम्मा की भयानक ताड़ नाल सज़ा मिलनी सी। पर नानक साहब का इहदे वल इशारा होया इस करके ये पापां तो मुक्त हो गया ते हुण असीं इहनूं देवपुरी लैके चले। ये ठग पुछण लगे भी वो गुरु नानक साहब कित्थे ने। कहंदे जिन्हां नूं तुसीं उत्थे रख के आए हो मारन वास्ते उही गुरु नानक साहब ने आप पार ब्रह्म परमेश्वर ने। एकदम इन्हां दे हत्थों अग डिग पई।
ਭੱਜ ਕੇ ਆਏ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ। ਨਾਲ ਦੇ ਦੋ ਸਾਥੀਆਂ ਨੂੰ ਸਾਰਾ ਪ੍ਰਸੰਗ ਦੱਸਿਆ। ਚਾਰੇ ਮਹਾਰਾਜ ਜੀ ਦੇ ਚਰਨਾਂ 'ਚ ਝੁੱਕ ਕੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਦੇ ਐ ਔਰ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਨਗਰ 'ਚ ਲਿਜਾ ਰਹੇ ਨੇ। ਆਓ, ਜਿਵੇਂ ਸਾਹਿਬ ਜੀ ਇਹਨਾਂ ਨੂੰ ਉਪਦੇਸ਼ ਦੇ ਕੇ ਇਹਨਾਂ ਦੇ ਬਲਦੇ ਤਪਦੇ ਹਿਰਦੇ ਸ਼ਾਂਤ ਕਰ ਰਹੇ ਨੇ, ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਪਵਿੱਤਰ ਕਰਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਚਲਹੁ ਗਰਾਮ ਸ਼੍ਰੀ ਪ੍ਰਭੂ ਬਹੋਰੀ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਆਪ ਜੀ ਕਿਰਪਾ ਕਰੋ, ਸਾਡੇ ਨਗਰ ਵਿੱਚ ਚਰਨ ਪਾਓ, ਦੁਬਾਰਾ ਫਿਰ ਸਾਡੇ ਨਗਰ ਵਿੱਚ ਚੱਲੋ। ਬੇਨਤੀ ਸਰਬ ਕਰਹਿ ਕਰ ਜੋਰੀ। ਇਹ ਚਾਰੇ ਦੇ ਚਾਰੇ ਠੱਗ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ ਬਾਰੰਬਾਰ। ਆਗੇ ਔਗਨ ਮਹਿ ਹਮ ਗਲਤਾਨਾ। ਮਹਾਰਾਜ ਗਰੀਬ ਨਵਾਜ ਜੀ, ਅਸੀਂ ਪਾਪਾਂ ਵਿੱਚ ਗਲਤ ਹਾਂ। ਅਸੀਂ ਬੜੇ ਗੁਨਾਹ ਕੀਤੇ ਨੇ, ਬੜੇ ਪਾਪ ਕੀਤੇ ਨੇ, ਹੁਣ ਤਾਈਂ ਬੜੇ ਕਤਲ ਕੀਤੇ ਨੇ, ਬੜਿਆਂ ਨੂੰ ਠੱਗਿਆ, ਬੜਿਆਂ ਦੇ ਕੋਲੋਂ ਬਹੁਤ ਕੁਝ ਖੋਇਆ ਹੈ। ਮਹਾਰਾਜ ਅਸੀਂ ਬੜੇ ਵੱਡੇ ਅਗਹਾਰੀ ਪਾਪੀ ਹਾਂ। ਹਿੰਸਾ ਮਹਿ ਦਿਨ ਰਹਿਨ ਬਿਤਾਨਾ। ਰਾਤ ਦਿਨ ਸਾਡੀ ਜ਼ਿੰਦਗੀ ਹਿੰਸਾ ਵਿੱਚ ਹੀ ਬੀਤੀ ਹੈ। ਅਸੀਂ ਹਿੰਸਾ ਕਰਦੇ ਹੀ ਆਪਣਾ ਸਾਰਾ ਜਨਮ ਬਤੀਤ ਕੀਤਾ ਹੈ। ਦੀਨ ਭਏ ਅਵਲੋਕ ਗੁਸਾਈ। ਜਦੋਂ ਸਤਿਗੁਰੂ ਜੀ ਨੇ ਇਹਨਾਂ ਦੇ ਅੰਦਰ ਦੀਨਤਾ ਹੀ, ਨਿਰਮਰਤਾ, ਨਿਰਮਾਣਤਾ ਵੇਖੀ, ਹਟੇ ਗਰਾਮ ਕੀ ਦਿਸ਼ ਤਿਸ ਥਾਈ। ਇਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਇਹਨਾਂ ਦੇ ਨਾਲ ਇਹਨਾਂ ਦੇ ਪਿੰਡ ਨੂੰ ਵਾਪਸ ਪਿੱਛੇ ਨੂੰ ਮੋੜੇ ਹਨ। ਸ਼੍ਰੀ ਗੁਰ ਕੋਲੇ ਸੰਗ ਸੁਆਏ। ਬੜੇ ਅਦਬ ਨਾਲ, ਸਤਿਕਾਰ ਨਾਲ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਵਿੱਚ ਆਏ ਹਨ। ਸਰਬ ਪ੍ਰਸੰਗ ਹੈ ਗ੍ਰਾਮ ਸੁਨਾਏ। ਪਿੰਡ ਆ ਕੇ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਇਹਨਾਂ ਨੇ ਸਾਰਾ ਪ੍ਰਸੰਗ ਦੱਸਿਆ, ਸਾਰੀ ਕਥਾ ਸੁਣਾਈ ਕਿ ਕਿਵੇਂ ਸਾਰੀ ਖੇਡ ਵਰਤੀ ਹੈ ਕਿ ਜਿਨ੍ਹਾਂ ਨੂੰ ਅਸੀਂ ਸਧਾਰਨ ਜਾਈ ਸੇਠ ਸਮਝਦੇ ਸੀ, ਉਹ ਤਾਂ ਕਰੋੜਾਂ ਬ੍ਰਹਮੰਡਾਂ ਦੇ ਠਾਕੁਰ ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਮਾਨਵੀ ਸਰੀਰ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਚਰ ਰਹੇ ਹਨ। ਇਉਂ ਇਹਨਾਂ ਨੇ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਪ੍ਰਸੰਗ ਦੱਸਿਆ। ਹੁਤੋ ਸਥਾਨ ਜਹਾਂ ਤਿਨ ਨੀਕਾ। ਇਹਨਾਂ ਨੇ ਆਪਣੇ ਨਗਰ ਵਿੱਚ ਜਿਹੜੀ ਸਭ ਤੋਂ ਚੰਗੀ ਜਗ੍ਹਾ ਬਣਾਈ ਹੋਈ ਸੀ, ਭਲੀ ਜਗ੍ਹਾ ਬਣਾਈ ਹੋਈ ਸੀ, ਤਹਾਂ ਬਿਠਾਏ ਬੇਦੀ ਕੁਲ ਟੀਕਾ। ਬੇਦੀਆਂ ਦੀ ਕੁਲ ਦੇ ਟੀਕਾ, ਬੇਦੀ ਕੁਲ ਸ਼੍ਰੋਮਣੀ ਸਤਿਗੁਰਾਂ ਨੂੰ ਇਹਨਾਂ ਨੇ ਉਸ ਜਗ੍ਹਾ ਤੇ ਲਿਆ ਕੇ ਸਜਾਇਆ, ਮਹਾਰਾਜ ਜੀ ਨੂੰ ਬਿਠਾਇਆ ਹੈ। ਤਰਹਿ ਉਪਾਇਨ ਬੰਧਨ ਕਰਹੀ। ਗੁਰੂ ਚਰਨਾਂ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਕੇ ਬੰਦਨਾ ਕਰਦੇ ਨੇ, ਮੱਥਾ ਟੇਕਦੇ ਹਨ। ਉਸਤਤ ਬਾਰੰਬਾਰ ਉਚਰਹੀ। ਔਰ ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਸਤਤੀ ਕਰਦੇ ਹਨ। ਬਾਰੰਬਾਰ ਗਰੀਬ ਨਵਾਜ ਪਾਤਸ਼ਾਹ ਦੀਆਂ ਵਡਿਆਈਆਂ ਕਰਦੇ ਹਨ। ਜਿਸ ਪ੍ਰਕਾਰ ਹੋਇਆ ਭਲਾ ਹਮਾਰਾ। ਕਹਿਣ ਲੱਗੇ, ਮਹਾਰਾਜ ਜੀ ਜਿਸ ਪ੍ਰਕਾਰ ਨਾਲ ਸਾਡਾ ਭਲਾ ਹੋਵੇ, ਜਿਸ ਪ੍ਰਕਾਰ ਨਾਲ ਸਾਡੀ ਕਲਿਆਣ ਹੋਵੇ, ਸਿੱਖਵਨ ਸੋ ਸਿਖਾਏ ਉਦਾਰਾ। ਕਿਰਪਾ ਕਰੋ ਮਹਾਰਾਜ, ਸਾਨੂੰ ਉਹ ਸਿੱਖਿਆ ਦਿਓ ਜਿਹਦੇ ਵਿੱਚ ਸਾਡਾ ਭਲਾ ਹੋਵੇ, ਜਿਹਦੇ ਵਿੱਚ ਮਹਾਰਾਜ ਜੀ ਅਸੀਂ ਇਸ ਭਵ ਸਾਗਰ ਤੋਂ ਤਰ ਜਾਈਏ। ਐਸਾ ਪਵਿੱਤਰ ਉਪਦੇਸ਼ ਹੋਵੇ ਆਪ ਜੀ ਦਾ, ਕਿਰਪਾ ਕਰਕੇ। ਮਾਨਵ ਸਰਬ ਕੋ ਕਰਮਨ ਲਾਗੇ। ਮਹਾਰਾਜ ਅਸੀਂ ਸਾਰੇ ਕੁਕਰਮਾਂ ਵਿੱਚ ਲੱਗੇ ਹੋਏ ਹਾਂ, ਹਮੇਸ਼ਾ ਠੱਗੀਆਂ ਠੋਰੀਆਂ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਅਨੇਕਾਂ ਪ੍ਰਕਾਰ ਦੇ ਮਾੜੇ ਭੈੜੇ ਵਿਕਰਮ ਕਰਦੇ ਹਾਂ। ਸਮਝ ਭਰੀ ਤੁਮ ਦਰਸ਼ਨ ਪਾਗੇ। ਤੁਹਾਡੇ ਦਰਸ਼ਨ ਕਰਕੇ ਸਾਨੂੰ ਸਮਝ ਆਈ ਹੈ ਕਿ ਅਸੀਂ ਪਾਪ ਕਰਦੇ ਹਾਂ। ਕਈ ਵਾਰੀ ਬੰਦਾ ਪਾਪ ਕਰਦਾ ਹੋਇਆ ਇਹ ਨਹੀਂ ਸਮਝਦਾ ਵੀ ਮੈਂ ਪਾਪ ਕਰ ਰਿਹਾ। ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਮਾੜਾ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ। ਮਹਾਰਾਜ ਜਿਸ ਦਿਨ ਆਪ ਜੀ ਦੇ ਦਰਸ਼ਨ ਕੀਤੇ, ਆਪ ਦੇ ਦੀਦਾਰ ਹੋਏ, ਸਾਨੂੰ ਸਮਝ ਪੈ ਗਈ ਹੈ ਕਿ ਅਸੀਂ ਪਾਪ ਕਰ ਰਹੇ ਸੀ। ਹੁਣ ਤਾਂ ਹੀ ਅਸੀਂ ਇਸ ਨੂੰ ਪਾਪ ਸਮਝਦੇ ਹੀ ਨਹੀਂ ਸੀ। ਅਸੀਂ ਸਮਝਦੇ ਸੀ ਵੀ ਇਹ ਸਾਡਾ ਹੁਨਰ ਹੈ ਕਿ ਕਿਸੇ ਨੂੰ ਮਾਰ ਦੇਣਾ ਤੇ ਉਹਦੇ ਕੋਲ ਜੋ ਕੁਝ ਹੋਣਾ ਖੋਹ ਲੈਣਾ, ਠੱਗ ਲੈਣਾ।
ਮਹਾਰਾਜ ਪਰ ਹੁਣ ਸਾਨੂੰ ਸਮਝ ਪਈ ਹੈ ਕਿ ਅਸੀਂ ਪਾਪ ਕਰ ਰਹੇ ਸੀ। ਬਿਨੈ ਸੁਨੀ ਤਿਨ ਕੀ ਗੁਣ ਖਾਨੀ। ਕਿਰਪਾ ਕਰੋ ਮਹਾਰਾਜ, ਸਾਡੀ ਬੰਦ ਖਲਾਸੀ ਕਰੋ। ਇਹਨਾਂ ਦੀ ਬੇਨਤੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ। ਸੁਖਦ ਮੁਕਤ ਦਾ ਬੋਲੇ ਬਾਣੀ। ਸੁਖ ਦੇਣ ਵਾਲੀ ਤੇ ਮੁਕਤੀ ਦੇਣ ਵਾਲੀ ਜਿਹੜੀ ਪਾਵਨ ਅੰਮ੍ਰਿਤ ਬਾਣੀ ਹੈ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਨਿੰਦ ਜੀਵ ਕਾ ਪਾਛਲ ਤਿਆਗੋ। ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਜੀਵਕਾ ਤੁਸੀਂ ਪਹਿਲਾਂ ਕਰਦੇ ਹੋ ਆਪਣੀ ਇਹ ਨਿੰਦਨੀਏ ਹੈ। ਨਿੰਦਨੀਏ ਦਾ ਮਤਲਬ ਹੈ ਵੀ ਮਾੜੀ ਕਿਰਤ ਕਰਦੇ ਹੋ, ਲੋਕਾਂ ਦੇ ਗਲੇ ਵੱਢਣੇ, ਉਹਨਾਂ ਕੋਲੋਂ ਠੱਗੀ ਕਰਨੀ, ਚੋਰੀ ਕਰਨੀ, ਰਾਹਮਾਰੀ ਕਰਨੀ, ਇਹ ਮਾੜੀ ਬਿਰਤੀ ਹੈ। ਇਹਦੇ ਨਾਲ ਤੁਸੀਂ ਆਪਣੀ ਉਪਜੀਵਕਾ ਕਰਦੇ ਹੋ, ਉਸ ਅੰਨ ਦੇ ਨਾਲ ਤੁਸੀਂ ਆਪਣਾ ਪੇਟ ਭਰਦੇ ਹੋ ਜਿਹੜਾ ਪਾਪ ਕਰਮ ਕਰਕੇ ਤੁਸੀਂ ਲਿਆਉਂਦੇ ਹੋ। ਇਸ ਕਰਕੇ ਤੁਹਾਡੇ ਅੰਤਸ਼ਕਰਨ ਹੋਰ ਮਲੀਨ ਹੋ ਰਹੇ ਨੇ। ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜੀ ਆਪਣੀ ਮਾੜੀ ਕਿਰਤ ਕਰਦੇ ਹੋ, ਭੈੜੀ ਖੋਟੀ, ਇਹਨੂੰ ਛੱਡੋ, ਇਹਦਾ ਤਿਆਗ ਕਰੋ। ਕਿਰਖੀ ਕਰਨ ਭਲੇ ਮਗ ਲਾਗੋ। ਕਹਿਣ ਲੱਗੇ ਜੀ ਫਿਰ ਅਸੀਂ ਕੀ ਕਰੀਏ? ਮਹਾਰਾਜ ਜੀ ਕਹਿੰਦੇ ਤੁਹਾਡੇ ਨਗਰ ਦੇ ਪਾਸ ਸਾਰੀ ਖੇਤੀ ਹੈ, ਜ਼ਮੀਨ ਹੈ, ਇਹਦੇ 'ਚ ਖੇਤੀ ਕਰੋ, ਕਿਉਂਕਿ ਉੱਤਮ ਖੇਤੀ ਹੈ। ਆਪਣੇ ਹੱਥੀਂ ਹਲ ਵਾਹੋ, ਦਸਾਂ ਨੋਹਾਂ ਦੀ ਕਿਰਤ ਕਰੋ, ਧਰਮ ਦੀ ਕਿਰਤ ਹੈ ਇਹ। ਖੇਤੀ ਕਰਨ ਵਿੱਚ ਆਪਣਾ ਜਿਹੜਾ ਸਮਾਂ ਉਹ ਬਤੀਤ ਕਰੋ। ਅਬ ਜੇ ਤੋ ਕਰ ਮਹਿ ਹੋ ਦਰਬਾਰ। ਤੇ ਜਿਹੜਾ ਚੋਰੀਆਂ ਕਰਕੇ, ਠੱਗੀਆਂ ਕਰਕੇ ਪੈਸਾ ਆਪਣੇ ਘਰਾਂ ਵਿੱਚ ਤੁਸੀਂ ਇਕੱਠਾ ਕਰਕੇ ਰੱਖਿਆ ਹੋਇਆ ਹੈ, ਪਾਪਨ ਕਾ ਸੁਲਟਾਵੋ ਸਰਬ। ਉਹ ਸਾਰਾ ਪੈਸਾ ਤੁਹਾਡਾ ਪਾਪ ਕਰਮਾਂ ਕਰਕੇ ਇਕੱਠਾ ਕੀਤਾ ਹੋਇਆ। ਏਦਾਂ ਕਰੋ, ਪਹਿਲਾਂ ਉਹ ਕੱਢੋ ਆਪਣੇ ਘਰਾਂ ਚੋਂ, ਉਹ ਪਹਿਲਾਂ ਵੰਡ ਦਿਓ ਸਾਰਾ। ਜਿਹੜਾ ਕੋਈ ਲੋੜਵੰਦ ਹੈ, ਗਰੀਬ ਹੈ, ਉਹਨੂੰ ਵੰਡ ਦਿਓ। ਪਹਿਲਾਂ ਪਾਪਾਂ ਕਰਕੇ ਇਕੱਠਾ ਕੀਤਾ, ਕਿਉਂਕਿ ਸਤਿਗੁਰਾਂ ਨੇ ਪਹਿਲਾਂ ਤਿਆਗ ਕਰਾਉਣਾ ਸੀ ਨਾ। ਤਿਆਗ ਕਰਨਗੇ ਪਹਿਲਾਂ ਪਾਪ ਕਰਮਾਂ ਦਾ, ਫਿਰ ਉਸ ਪਾਪਾਂ ਕਰਕੇ ਵਿਹਾਜੇ ਪੈਸੇ ਦਾ, ਧਨ ਦਾ, ਤਦੇ ਹੀ ਅੱਗੇ ਸਰਲ ਹੋਣਾ ਸੀ ਹਿਰਦਾ। ਤੋ ਮਹਾਰਾਜ ਜੀ ਕਹਿੰਦੇ ਪਹਿਲਾਂ ਜਿਹੜਾ ਉਹ ਪਾਪ ਕਰਕੇ ਇਕੱਠਾ ਕੀਤਾ ਹੋਇਆ ਧਨ ਹੈ, ਉਹਨੂੰ ਤੁਸੀਂ ਸਾਰੇ ਨੂੰ ਆਪਣੇ ਘਰੋਂ ਕੱਢੋ ਤੇ ਲੋੜਵੰਦਾਂ ਨੂੰ ਦੇ ਦਿਓ, ਕੱਢ ਦਿਓ। ਕਰਹੁ ਕਮਾਈ ਹਾਥਨ ਸੰਗਾ। ਔਰ ਅੱਗੇ ਤੋਂ ਸਮਝ ਚਲੋ, ਭਾਈ ਸਾਹਿਬ ਦੇ ਬਚਨ ਆਉਂਦੇ ਐ, ਆਗਾ ਸਮਝ ਚਲੋ ਆਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਪਿੱਛੇ ਜਿਵੇਂ ਲੰਘ ਗਿਆ ਸਮਾਂ, ਲੰਘ ਗਿਆ, ਅੱਗੇ ਤੋਂ ਸਮਝ ਕੇ ਟੁਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਕਿ ਹੁਣ ਅੱਗੇ ਤੋਂ ਧਰਮ ਦੀ ਕਿਰਤ ਕਰਨੀ ਹੈ, ਖੇਤੀ ਕਰਨੀ ਹੈ। ਤੇ ਮੈਂ ਕਰੋ ਪੁੰਨ ਸੋ ਮੰਗਾ। ਉਹਦੇ ਵਿੱਚ ਜਿਹੜਾ ਧਨ ਆਵੇ ਉਹਦੇ ਨਾਲ ਆਪਣੀ ਗੁਜ਼ਰਾਨ ਕਰਨੀ, ਆਪਣਾ ਪਰਿਵਾਰ, ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਹੈ। ਗ੍ਰਾਮ ਵਿਖੈ ਧਰਮਸ਼ਾਲਾ ਰਚੀਏ। ਔਰ ਆਪਣੇ ਇਸ ਨਗਰ ਦੇ ਵਿੱਚ ਧਰਮਸ਼ਾਲਾ ਦੀ ਰਚਨਾ ਕਰੋ, ਸੋਹਣਾ ਦਰਬਾਰ ਬਣਾਓ, ਆਸਨ ਖਵਾਏ ਅਥਿਤ ਪੁੰਨ ਅਚੀਏ। ਔਰ ਉੱਥੇ ਲੰਗਰ ਚਲਾਓ। ਕੋਈ ਅਤਿਥੀ ਆਵੇ, ਕੋਈ ਭੁੱਖਾ, ਕੋਈ ਲੋੜਵੰਦ ਆਵੇ, ਉਹਨੂੰ ਉੱਥੇ ਲੰਗਰ ਛਕਾਉਣਾ, ਭੋਜਨ ਛਕਾਉਣਾ। ਮਹਾਰਾਜ ਜੀ ਕਹਿੰਦੇ ਧਰਮਸ਼ਾਲਾ ਬਣਾਓ, ਸੋਹਣਾ ਦਰਬਾਰ ਬਣਾਓ, ਫਿਰ ਉਸ ਦਰਬਾਰ ਦੇ ਵਿੱਚ ਕੋਈ ਲੋੜਵੰਦ ਆ ਜਾਵੇ, ਉਹਦੇ ਵਾਸਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰੋ। ਖਾਲਸਾ ਜੀ, ਗੁਰੂ ਘਰ ਦੇ ਵਿੱਚ ਇਹ ਪ੍ਰਬੰਧ ਹੋਣਾ ਹੀ ਚਾਹੀਦਾ, ਜਿਤਨੇ ਵੀ ਗੁਰੂ ਘਰ ਹਨ। ਕਦੇ ਕਿਤੇ ਕੋਈ ਲੋੜਵੰਦ ਆ ਜਾਵੇ, ਉੱਥੇ ਉਹਨੂੰ ਪ੍ਰਸ਼ਾਦਾ ਜ਼ਰੂਰ ਮਿਲਣਾ ਚਾਹੀਏ। ਨਿਸ਼ਾਨ ਸਾਹਿਬ ਦਾ ਫਰਲਾ ਇਹੀ ਸੰਕੇਤ ਕਰਦਾ ਹੈ। ਅਸੀਂ ਵੱਡੇ ਵੱਡੇ ਦਰਬਾਰ ਬਣਾ ਲੈਂਦੇ ਹਾਂ, ਪਰ ਜੇ ਕਿਤੇ ਕੋਈ ਭੋਜਨ ਛਕਣ ਦੀ ਕਾਂਖਾ ਰੱਖ ਕੇ ਗੁਰੂ ਘਰ ਵੇਖ ਕੇ ਆ ਜਾਵੇ, ਤਾਂ ਉਸ ਵੇਲੇ ਕਈ ਵਾਰੀ ਤਾਂ ਕੋਈ ਉੱਥੇ ਬੰਦਾ ਹੀ ਨਹੀਂ ਪਹਿਲੀ ਗੱਲ ਲੱਭਦਾ ਦਿਸਦਾ। ਮਿਲ ਜਾਵੇ ਤਾਂ ਕਹਿੰਦਾ ਜੀ ਇੱਥੇ ਅਸੀਂ ਲੰਗਰ ਨਹੀਂ ਪਕਾਉਂਦੇ। ਭਲਿਆ, ਇਹ ਜਵਾਬ ਦੇਣ ਤੋਂ ਪਹਿਲਾਂ ਇਹ ਸੋਚ ਕਿ ਗੁਰੂ ਨਾਨਕ ਸਾਹਿਬ ਦਾ ਦਰ ਹੈ, ਇੱਥੇ ਤਾਂ ਲੰਗਰ ਚੱਲਦਾ ਹੀ ਚੱਲਦਾ ਹੈ। ਬਣਾਉਣ ਦੀ ਖੇਚਲ ਕਰਨ ਕਰਕੇ ਅੱਗੋਂ ਜਵਾਬ ਦੇ ਦਿੰਦੇ ਐ ਜੀ ਇੱਥੇ ਤਾਂ ਬਣਦਾ ਨਹੀਂ ਹੈ। ਐਸਾ ਨਹੀਂ ਹੋਣਾ ਚਾਹੀਦਾ। ਕੋਈ ਆ ਜਾਏ ਗੁਰੂ ਘਰ ਵਿੱਚ, ਭਾਈ ਕਿਸੇ ਵੀ ਸਥਾਨ ਤੇ, ਚਾਹੇ ਇਤਿਹਾਸਕ ਹੋਵੇ ਚਾਹੇ ਇਤਿਹਾਸਕ ਨਾ ਹੋਵੇ, ਗੁਰੂ ਕਾ ਲੰਗਰ ਜਿਹੜਾ ਕੋਈ ਆ ਜਾਏ ਉਹਨੂੰ ਉੱਥੇ ਛਕਾਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਤਨਾਮ ਕੋ ਸਿਮਰਨ ਕਰਨੋ। ਮਹਾਰਾਜ ਜੀ ਨੇ ਬਚਨ ਕੀਤਾ ਸੱਚੇ ਨਾਮ ਦਾ ਸਿਮਰਨ ਕਰਨਾ ਨਾਲ। ਧਰਮਸ਼ਾਲਾ 'ਚ ਸਵੇਰੇ ਸ਼ਾਮ ਇਕੱਤਰ ਹੋ ਕੇ ਕਥਾ ਸੁਣਨੀ ਹੈ,
ਲੰਗਰ ਚਲਾਉਣਾ ਹੈ ਔਰ ਸੱਚੇ ਨਾਮ ਦਾ ਸਿਮਰਨ ਕਰਨਾ ਹੈ, ਪਰਮੇਸ਼ਰ ਦਾ ਭਜਨ ਕਰਨਾ। ਸੱਚਾ ਨਾਮ ਕਿਹੜਾ? ਸਤਿਗੁਰੂ ਜੀ ਬਖਸ਼ਦੇ ਨੇ ਜਿੱਥੇ ਜਾਂਦੇ ਹਨ। ਇੱਕੋ ਅੰਮ੍ਰਿਤ ਨਾਮ ਹੈ ਮਹਾਰਾਜ ਜੀ ਦੀ ਰਸਨਾ ਤੇ, ਜਿਹੜਾ ਸਾਰਿਆਂ ਨੂੰ ਪਾਤਸ਼ਾਹ ਬਖਸ਼ਦੇ ਹਨ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਇਹ ਅੰਮ੍ਰਿਤ ਨਾਮ ਦਾ ਜਾਪ ਜਪਣਾ, ਇਸ ਦੀ ਕਮਾਈ ਕਰਨੀ ਹੈ। ਮੰਤਰ ਸਰਬ ਕਲਖਨ ਕੋ ਹਰਨੋ, ਇਹ ਮੰਤਰ ਐਸਾ ਜਿਹੜਾ ਤੁਹਾਡੇ ਸਾਰੇ ਪਾਪਾਂ ਨੂੰ ਹਰੇਗਾ। ਪਾਤਸ਼ਾਹ ਕਹਿੰਦੇ ਮੰਤਰ ਐਸਾ ਹੈ, ਜਦੋਂ ਇਹਨੂੰ ਜਪੋਗੇ ਤੁਹਾਡੇ ਜਿਤਨੇ ਵੀ ਕੀਤੇ ਹੋਏ ਪਾਪ ਕਰਮ ਨੇ ਇਸ ਵੇਲੇ ਤਾਈਂ ਉਹ ਸਾਰੇ ਹੀ ਹਰੇ ਜਾਣਗੇ, ਸਾਰੇ ਹੀ ਕੱਟੇ ਜਾਣਗੇ। ਇਹ ਐਸਾ ਕਲਾ ਵਾਲਾ ਕਲਾਨਿਧ ਨਾਮ ਹੈ। ਕ੍ਰਿਤ ਕਰੋ ਆਪਣੀ ਦਿਨ ਮਾਹੀ, ਔਰ ਦਿਨ ਸਮੇਂ ਆਪਣੀ ਕਿਰਤ ਕਰੋ। ਸੁਬਹ ਅੰਮ੍ਰਿਤ ਵੇਲੇ ਨਿਤਨੇਮ ਕਰੋ, ਭਜਨ ਕਰੋ, ਸਿਮਰਨ ਕਰੋ, ਸੰਗਤ ਕਰੋ, ਔਰ ਦਿਨ ਵੇਲੇ ਆਪਣੀ ਕਿਰਤ ਵਿਰਤ ਕਰੋ। ਮਿਲਹੁ ਸਾਂਝ ਧਰਮਸ਼ਾਲਾ ਜਾਹੀ, ਔਰ ਸ਼ਾਮ ਨੂੰ ਜਦੋਂ ਕੰਮਕਾਰ ਕਰਕੇ ਵਿਹਲੇ ਹੋਵੋ ਤੇ ਧਰਮਸ਼ਾਲਾ 'ਚ ਇਕੱਠੇ ਹੋ ਕੇ ਕਥਾ ਕੀਰਤਨ ਕਰਿਆ ਸੁਣਿਆ ਕਰੋ। ਇਹ ਮਰਿਆਦਾ ਮਹਾਰਾਜ ਜੀ ਦ੍ਰਿੜ ਕਰਾਉਂਦੇ ਆ। ਬੰਦਾ ਸਵੇਰ ਤੋਂ ਉੱਠ ਕੇ ਜਿਉਂ ਰਾਤ ਦੇ 9-10 ਵਜੇ ਤੱਕ ਇੱਕ ਮਸ਼ੀਨ ਵਾਂਗੂ ਹੀ ਟੁਰਿਆ ਰਹਿੰਦਾ, ਆ ਵੀ ਕਰ ਲਈਏ, ਆ ਵੀ ਕਰ ਲਈਏ। ਆਪਣੇ ਜੀਵਨ ਵਿੱਚੋਂ ਕੋਈ ਘੰਟਾ 2 ਘੰਟੇ ਸੰਧਿਆ ਵੇਲੇ ਤਾਂ ਘੱਟੋ ਘੱਟ ਮਹਾਰਾਜ ਜੀ ਵਾਸਤੇ ਕੱਢੇ। ਗੁਰੂ ਸਾਹਿਬ ਵਾਸਤੇ ਨਹੀਂ, ਇਹਦੇ ਆਪਣੇ ਭਲੇ ਵਾਸਤੇ ਨੇ। ਸਤਿਗੁਰਾਂ ਨੂੰ ਤਾਂ ਕੀ ਲੋੜ ਹੈ, ਇਹਨੂੰ ਆਪਣੇ ਵਾਸਤੇ ਲੋੜ ਹੈ। ਮਹਾਰਾਜ ਜੀ ਮਰਿਆਦਾ ਦੱਸਦੇ ਹੈ ਕਿ ਸ਼ਾਮ ਸਮੇਂ ਜਦੋਂ ਦਿਨੇ ਕਿਰਤ ਬਿਰਤ ਕਰਕੇ ਹਟ ਜਾਓ ਤੇ ਫਿਰ ਸ਼ਾਮ ਸਮੇਂ ਤੁਸੀਂ ਸੰਗਤ ਵਿੱਚ ਜਾਣਾ, ਧਰਮਸ਼ਾਲਾ 'ਚ ਜਾਣਾ, ਕਥਾ ਸੁਣਨੀ ਹੈ, ਕੀਰਤਨ ਸੁਣਨਾ ਹੈ। ਤਹਾਂ ਬੈਠ ਪ੍ਰਭ ਕੀਰਤ ਗਾਵੋ, ਪਰਮੇਸ਼ਰ ਦੀ ਕੀਰਤੀ ਗਾਉਣੀ ਆ, ਅਕਾਲ ਪੁਰਖ ਦੀਆਂ ਸਿਫਤਾਂ ਕਰਨੀਆਂ ਹਨ। ਭੋਰ ਹੋਤ ਨਾ ਮਹਿਲ ਵਲਾਵੋ, ਜਦੋਂ ਅਗਲਾ ਦਿਨ ਚੜ੍ਹੇ ਅੰਮ੍ਰਿਤ ਵੇਲਾ ਹੋਵੇ ਫਿਰ ਤਿਆਰ ਬਰ ਤਿਆਰ ਹੋ ਜਾਣਾ। ਅੰਮ੍ਰਿਤ ਵੇਲੇ ਨਾਮ ਨਾਲ ਲਿਵ ਲਾਉਣੀ ਹੈ। ਸੰਤ ਅਤਿਥ ਕੀ ਸੇਵਾ ਕਰੀਏ, ਔਰ ਕੋਈ ਸੰਤ ਕੋਈ ਅਤਿਥੀ ਪ੍ਰਾਹੁਣਾ ਆ ਜਾਏ ਉਹਦੀ ਸੇਵਾ ਕਰਨੀ ਹੈ, ਉਹਦੀ ਟਹਿਲ ਕਰਨੀ। ਐਸਾ ਨਹੀਂ ਸੋਚਣਾ ਵੀ ਇਹ ਪ੍ਰਾਹੁਣਾ ਆਇਆ ਖਬਰੇ ਕਦੋਂ ਜਾਏਗਾ, ਕਦੋਂ ਨਿਕਲੇ। ਇਦਾਂ ਦੀ ਬਿਰਤੀ ਨਹੀਂ ਹੋਣੀ ਚਾਹੀਦੀ। ਕੋਈ ਪ੍ਰਾਹੁਣਾ ਅਤਿਥੀ ਆ ਜਾਵੇ, ਪ੍ਰੇਮ ਸਹਿਤ ਉਹਦੀ ਸੇਵਾ ਟਹਿਲ ਕਰਨੀ ਹੈ, ਇਹ ਸਮਝ ਕੇ ਕਿ ਇਹਦੇ ਵਿੱਚ ਵੀ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ, ਅਕਾਲ ਪੁਰਖ ਦੀ ਜੋਤ ਹੀ ਇਹਦੇ 'ਚ ਵਰਤ ਰਹੀ ਹੈ। ਸੰਤਾਂ ਦੀ ਸੇਵਾ ਤਾਂ ਅਸੀਂ ਕਰ ਲੈਂਦੇ ਹਾਂ ਵੀ ਇਹ ਸੰਤ ਨੇ, ਪਰਮੇਸ਼ਰ ਦੇ ਪਿਆਰੇ ਨੇ। ਪਰ ਮਹਾਰਾਜ ਜੀ ਕਹਿੰਦੇ ਕੋਈ ਅਤਿਥੀ ਵੀ ਆ ਜਾਏ ਲੋੜਵੰਦ, ਉਹਦੀ ਵੀ ਸੇਵਾ ਟਹਿਲ ਵਿੱਚ। ਗ੍ਰਸਤੀ ਹੋਣਾ, ਗ੍ਰਸਤੀ ਦਾ ਇਹ ਧਰਮ ਹੋਣਾ ਚਾਹੀਦਾ। ਇੱਕ ਘਰ ਵਿੱਚ ਇੱਕ ਪ੍ਰਾਹੁਣਾ ਆ ਗਿਆ, ਸਵੇਰੇ ਉਹਨੂੰ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਇਆ। ਜਦੋਂ ਪ੍ਰਸ਼ਾਦਾ ਛਕਾਇਆ ਤੇ ਉਹ ਬੜਾ ਖੁਸ਼। ਸ਼ਾਮ ਪੈ ਗਈ ਤੇ ਉਹ ਜਾਵੇ ਨਾ। ਦੋਵੇਂ ਮੀਆਂ ਬੀਬੀ ਆਪੋ ਵਿੱਚ ਗੱਲਾਂ ਕਰਨ ਲੱਗੇ ਵੀ ਇਹ ਜਾਂਦਾ ਨਹੀਂ ਪਿਆ। ਉਹ ਘਰ ਵਾਲੀ ਕਹਿਣ ਲੱਗੀ ਜੇ ਵਧੀਆ ਵਧੀਆ ਪਕਵਾਨ ਖਵਾਣੇ ਨੇ ਤੇ ਉਹਨੇ ਥੋੜੀ ਜਾਣਾ, ਜਦੋਂ ਸੇਵਾ ਉਹਦੀ ਇੰਨੀ ਕੀਤੀ ਹੈ। ਕਹਿਣ ਲੱਗਾ ਵੀ ਇਦਾਂ ਕਰੀ ਵੀ ਰਾਤ ਨੂੰ ਅਸੀਂ ਜਦੋਂ ਬੈਠੇ ਹੋਵਾਂਗੇ ਨਾ ਤੇ ਉਦੋਂ ਤੂੰ ਪੁੱਛਣ ਆਈ ਪ੍ਰਸ਼ਾਦਾ ਤੇ ਮੈਂ ਜਵਾਬ ਦਿਆਂਗਾ। ਸ਼ਾਮ ਨੂੰ ਬੈਠੇ ਪੁੱਛਣ ਆਈ ਭਗਵਾਨ, ਕਹਿਣ ਲੱਗੀ ਪਤੀ ਦੇਵ ਜੀ ਪ੍ਰਸ਼ਾਦੇ 'ਚ ਕੀ ਬਣਾਵਾਂ। ਕਹਿਣ ਲੱਗਾ ਵੀ ਮੈਂ ਕੋਈ ਰਾਖਸ਼ ਹਾਂ ਵੀ ਸਵੇਰੇ ਤਾਂ ਖਾਧੀ ਆ ਹੁਣ ਫਿਰ ਖਾ ਲੈਣੀ। ਮੈਂ ਕੋਈ ਰਾਖਸ਼ ਹਾਂ ਵੀ ਮੈਂ ਤਾਂ ਨਹੀਂ ਖਾਣੀ। ਹਾਂ ਇਹ ਅਤਿਥੀ ਆਏ ਨੇ, ਇਹਨਾਂ ਨੂੰ ਪੁੱਛ ਲੈ। ਹੁਣ ਅਤਿਥੀ ਹਾਮੀ ਭਰੇ ਤੇ ਬਣੇ ਰਾਖਸ਼। ਜੋ ਕਹੇ ਵੀ ਹਾਂ ਮੈਂ ਖਾਣੀ ਆ ਤੇ ਉਹ ਬਣੇਗਾ ਰਾਖਸ਼। ਉਹਨੇ ਵੀ ਕਹਿ ਦਿੱਤਾ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਜੀ।
ਅਗਲੇ ਦਿਨ ਸਵੇਰੇ ਇਹਨਾਂ ਨੇ ਫਿਰ ਵਿਉਂਤ ਬਣਾਈ ਵੀ ਆਪਾਂ ਭੋਜਨ ਨਹੀਂ ਪਕਾਉਣਾ, ਇਹਨੇ ਤਾਂ ਹੀ ਜਾਣਾ। ਹੁਣ ਅਤਿਥੀ ਨੂੰ ਵੀ ਇਹਨਾਂ ਦਾ ਮਸਲਾ ਸਮਝ ਆ ਗਿਆ ਤੇ ਉਹ ਵੀ ਢੀਠ ਬਣ ਗਿਆ। ਸਵੇਰੇ ਦੋਵੇਂ ਮੀਆਂ ਬੀਬੀ ਲੜੀ ਜਾਣ, ਉਹ ਆਖੇ ਮੈਂ ਨਹੀਂ ਪਕਾਉਂਦੀ। ਇਹ ਲੜ ਪਿਆ, ਅੱਗੋਂ ਉਹਨੂੰ ਕਠੋਰ ਸ਼ਬਦ ਬੋਲੇ ਤੇ ਉਹ ਰੋਣ ਲੱਗ ਪਈ। ਜਿਹੜਾ ਅਤਿਥੀ ਸੀ ਉਹਨੇ ਆਪਣਾ ਜਿਹੜਾ ਇੱਕ ਪੋਟਲੀ ਸੀ ਕੱਪੜਿਆਂ ਵਾਲੀ ਲੈ ਕੇ ਤੇ ਉਹ ਕਹਿੰਦਾ ਜੀ ਮੈਂ ਚੱਲਿਆ। ਉਹ ਬਾਹਰ ਨੂੰ ਨਿਕਲ ਗਿਆ ਘਰੋਂ। ਇਹ ਦੋਵੇਂ ਜਣੇ ਬੈਠੇ ਸਨ। ਜਦੋਂ ਚਲਾ ਗਿਆ, ਘਰ ਵਾਲੀ ਨੂੰ ਰੋਂਦੀ ਨੂੰ ਵੇਖ ਕੇ ਕਹਿਣ ਲੱਗਾ ਵੀ ਮੈਂ ਤੇਰੇ ਨਾਲ ਸੱਚੀ ਮੁੱਚੀ ਥੋੜੀ ਲੜਦਾ ਸੀ, ਵੀ ਤੂੰ ਰੋਈ ਕਿਉਂ ਜਾਨੀ ਹੈ? ਉਹ ਅੱਗੋਂ ਕਹਿੰਦੇ ਵੀ ਮੈਂ ਕਿਹੜਾ ਸੱਚੀ ਮੁੱਚੀ ਰੋਨੀ ਆ, ਮੈਂ ਵੀ ਝੂਠੀ ਰੋਨੀ ਆ। ਇੰਨੇ ਨੂੰ ਅਤਿਥੀ ਬਾਹਰ ਹੀ ਖੜਾ ਸੀ, ਵਾਪਸ ਆ ਗਿਆ, ਕਹਿੰਦਾ ਮੈਂ ਕਿਹੜਾ ਗਿਆ ਸੀ, ਮੈਂ ਵੀ ਝੂਠੀ ਮੁੱਠੀ ਗਿਆ ਸੀ। ਕਹਿਣ ਤੋਂ ਭਾਵ ਇਹ ਵਿਅੰਗ ਬਣੇ ਹੋਏ ਨੇ ਸਾਡੇ ਸਮਾਜ ਦੀ ਰੂਪ ਰੇਖਾ ਨੂੰ ਚਿਤਰਨ ਕਰਨ ਵਾਸਤੇ ਕਿ ਸਾਡਾ ਸਮਾਜ ਕਿਹੋ ਜਿਹਾ ਹੈ ਜਿਹਦੇ 'ਚ ਅਸੀਂ ਵਿਚਰਦੇ ਹਾਂ। ਉਰੇ ਸੱਚ ਹੈ, ਐਸਾ ਵਰਤਾਰਾ ਸੰਸਾਰ 'ਚ ਵਰਤਦਾ ਹੈ। ਰੌਣਾ ਪੈ ਜਾਂਦਾ ਹੈ ਘਰ ਵਿੱਚ ਜੇ ਕੋਈ ਆ ਜੇ ਵੀ ਹੁਣ ਇਹਨੂੰ ਪ੍ਰਸ਼ਾਦਾ ਹੁਣ ਛਕਾਇਆ, ਸ਼ਾਮ ਨੂੰ ਫਿਰ ਛਕਾਵਾਂਗੇ, ਅਗਲੇ ਦਿਨ ਫਿਰ। ਕੋਈ ਸ਼ੌਂਕ ਕੋਈ ਚਾਹ ਨਹੀਂ ਰਿਹਾ। ਬਜ਼ੁਰਗ ਦੱਸਦੇ ਆ, ਕਹਿੰਦੇ ਸਾਡੇ ਸਮਿਆਂ 'ਚ ਬੜੇ ਭਲੇ ਵੇਲੇ ਹੁੰਦੇ ਸਨ। ਰਿਸ਼ਤੇਦਾਰਾਂ ਸੰਬੰਧੀਆਂ ਨੇ ਆਉਣਾ, ਚਾਹ ਚੜ ਜਾਣਾ, ਕਈ ਦਿਨ ਉਹਨਾਂ ਨੂੰ ਜਾਣ ਹੀ ਨਾ ਦੇਣਾ। ਐਸਾ ਪ੍ਰੇਮ, ਐਸੀਆਂ ਪ੍ਰੇਮ ਦੀਆਂ ਖਿੱਚਾਂ ਤੰਦਾਂ ਹੁੰਦੀਆਂ ਸਨ। ਪਰ ਸਮਾਂ ਜਿਵੇਂ ਜਿਵੇਂ ਬੀਤਦਾ, ਪ੍ਰੇਮ ਸਨੇਹ ਘਟਦਾ ਜਾ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨਗਰ ਨਿਵਾਸੀਆਂ ਨੂੰ ਕਹਿੰਦੇ, ਭਾਈ ਕੋਈ ਆ ਜਾਏ ਅਤਿਥੀ, ਕੋਈ ਸੰਤ ਆ ਜਾਏ, ਉਹਨੂੰ ਭੋਜਨ ਛਕਾਣਾ, ਸੇਵਾ ਟਹਿਲ ਕਰਨੀ ਹੈ। ਭਾਉ ਭਗਤ ਹਿਰਦੇ ਮਹਿ ਧਰੀਏ, ਆਪਣੇ ਹਿਰਦੇ 'ਚ ਪ੍ਰੇਮਾ ਭਗਤੀ ਰੱਖਣੀ ਹੈ ਪਰਮੇਸ਼ਰ ਦੀ। ਭੋਜਨ ਛਕਾ ਕੇ ਬਿਰਤੀ ਨਹੀਂ ਰੱਖਣੀ ਮੈਂ ਇਹਨੂੰ ਰੋਟੀ ਖਵਾਈ ਹੈ। ਇਹ ਸਮਝਣਾ ਹੈ ਵਾਹਿਗੁਰੂ ਤੇਰੇ ਦਿੱਤੇ 'ਚੋਂ ਦਿੱਤਾ। ਆਪਣੇ ਪਟਿਆਲੇ ਇੱਕ ਮਹਾਂਪੁਰਸ਼ ਹੋਏ ਆ ਕਮਾਲੀਏ ਵਾਲੇ ਸੰਤ, ਉਹਨਾਂ ਨੂੰ ਕਹਿੰਦੇ ਸਨ ਸੰਤ ਸੰਗਤ ਸਿੰਘ ਜੀ। ਉਹਨਾਂ ਦੇ ਬਾਰੇ ਦੱਸਦੇ ਹਨ ਕਿ ਉਹ ਕਿਹਾ ਕਰਦੇ ਸਨ ਅਕਸਰ, ਕਹਿੰਦੇ ਜਦੋਂ ਤੁਸੀਂ ਦਾਨ ਕਰਦੇ ਹੋ ਨਾ, ਉਦੋਂ ਇਹ ਬਿਰਤੀ ਰੱਖਿਆ ਕਰੋ ਵਾਹਿਗੁਰੂ ਤੇਰੇ ਦਿੱਤੇ 'ਚੋਂ ਦਿੱਤਾ ਤੇ ਕੀ ਦਿੱਤਾ, ਤੇਰੇ ਦਿੱਤੇ 'ਚੋਂ ਦਿੱਤਾ ਤੇ ਕੀ ਦਿੱਤਾ। ਇਹ ਬਿਰਤੀ ਰੱਖਣੀ ਚਾਹੀਦੀ ਹੈ ਦਾਨ ਵੇਲੇ। ਇਹ ਮਹਾਂਪੁਰਸ਼ਾਂ ਦੇ ਬੋਲ ਹੁੰਦੇ ਆ ਗੁਰੂ ਖਾਲਸਾ ਜੀ। ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਨੂੰ ਦਾਨ ਕਰੋ ਪਰਉਪਕਾਰੀ ਬਿਰਤੀ, ਵਾਹਿਗੁਰੂ ਤੇਰੇ ਦਿੱਤੇ 'ਚੋਂ ਦਿੱਤਾ ਹੈ, ਮੈਂ ਕੀ ਦੇਣ ਜੋਗਾ ਹਾਂ, ਤੂੰ ਮੈਨੂੰ ਇਸ ਸਮਰੱਥ ਬਣਾਇਆ ਕਿ ਮੈਂ ਦੇ ਸਕਿਆ ਹਾਂ। ਪ੍ਰੇਮਾ ਭਗਤੀ ਕਰਨੀ, ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਹੈ। ਇਹ ਉਪਦੇਸ਼ ਸਦੀਵ ਕਮਾਵੋ, ਇਹ ਉਪਦੇਸ਼ ਹਮੇਸ਼ਾ ਆਪਣੇ ਹਿਰਦੇ 'ਚ ਕਮਾਉਣਾ ਹੈ। ਤੁਮਰਾ ਭਲਾ ਹੋਏ ਸੁਖ ਪਾਵੋ, ਜਦੋਂ ਇਹ ਉਪਦੇਸ਼ ਕਮਾਓਗੇ ਸਾਡਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡਾ ਭਲਾ ਹੋਵੇਗਾ, ਤੁਹਾਡੀ ਕਲਿਆਣ ਹੋਵੇਗੀ ਜਦੋਂ ਤੁਸੀਂ ਇਸ ਉਪਦੇਸ਼ ਦੀ ਕਮਾਈ ਕਰੋਗੇ। ਮਾਨੇ ਬਚਨ ਗੁਰੂ ਕੇ ਸਭ ਹੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਕਹੇ ਬਚਨ ਇਹਨਾਂ ਨੇ ਸਤ ਕਰਕੇ ਮੰਨ ਲਏ। ਦਰਬ ਲੁਟਾਏ ਦੀਨ ਤਿਨ ਤਬ ਹੀ, ਉਸੇ ਵੇਲੇ ਸਾਰਾ ਧਨ ਜਿਹੜਾ ਉਹਨਾਂ ਦੇ ਘਰ 'ਚ ਪਿਆ ਸੀ ਨਾ, ਪਹਿਲਾਂ ਠੱਗੀਆਂ ਠੋਰੀਆਂ ਕਰਕੇ ਇਕੱਠਾ ਕੀਤਾ ਹੋਇਆ, ਉਹ ਸਾਰਾ ਉਹਨਾਂ ਨੇ ਲੁਟਾ ਦਿੱਤਾ। ਸਾਰਾ ਧਨ ਇਹੋ ਜਿਹਾ ਜਿਹੜਾ ਮਾੜਾ ਪੈਸਾ ਸੀ, ਉਹ ਸਾਰਾ ਇਹਨਾਂ ਨੇ ਘਰੋਂ ਲੁਟਾ ਦਿੱਤਾ। ਖੇਤੀ ਕਰਨ ਲੱਗਿਓ ਸਭ ਗ੍ਰਾਮਾਂ, ਸਾਰੇ ਪਿੰਡ ਦੇ ਵਿੱਚ ਹੁਣ ਜਿੰਨੇ ਉਹ ਲੋਕ ਸਨ ਠੱਗੀਆਂ ਕਰਨ ਵਾਲੇ, ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਉਹ ਸਾਧ ਹੋ ਗਏ ਨੇ। ਖੇਤੀ ਕਰਨ ਲੱਗ ਪਏ, ਹਲ ਵਾਹਣ ਲੱਗ ਪਏ। ਪੂਰਬ ਕੋ ਤਜ ਦਇਓ ਕੋ ਕੰਮ, ਜਿਹੜੇ ਪਹਿਲਾਂ ਖੋਟੇ ਕੰਮ ਕਰਦੇ ਸਨ ਉਹ ਸਾਰੇ ਛੱਡ ਦਿੱਤੇ, ਅੱਗੇ ਤੋਂ ਤੋਬਾ ਕਰ ਲਈ। ਧਰਮਸਾਲ ਮਿਲ ਸਕਲ ਸਵਾਰੀ, ਔਰ ਸਾਰਿਆਂ ਨੇ ਆਪਣੇ ਹੱਥੀਂ ਮਿਲ ਕੇ ਧਰਮਸ਼ਾਲਾ ਬਣਾਈ। ਇੱਕ ਇੱਕ ਇੱਟ ਆਪਣੇ ਹੱਥੀਂ ਲਾਉਂਦੇ ਆ, ਸੇਵਾ ਕਰਦੇ ਆਪਣੇ ਹੱਥੀਂ। ਗੁਰੂ ਘਰ ਸੰਗਤ ਵੱਲੋਂ ਜਦੋਂ ਸਾਰੀ ਸੰਗਤ ਵੱਲੋਂ ਬਣੇ ਨਾ, ਤੇ ਫਿਰ ਉਹ ਸਾਰੀ ਸੰਗਤ ਦਾ ਹੈ। ਜੇ ਕਿਤੇ ਇਕੱਲੇ ਦੁਕੱਲੇ ਬੰਦੇ ਵੱਲੋਂ ਹੋਵੇ ਸੇਵਾ, ਤੇ ਫਿਰ ਉਹ ਆਪਣੀ ਆਪਣਤ ਜਮਾਉਂਦਾ ਹੈ। ਤੋ ਮਹਾਰਾਜ ਜੀ ਨੇ ਮਰਿਆਦਾ ਬਣਾਈ ਹੈ। ਗੁਰੂ ਘਰ ਦੇ ਜਿਤਨੇ ਵੀ ਕਾਰਜ ਹੁੰਦੇ ਸਾਰੀ ਸੰਗਤ ਵੱਲੋਂ ਰਲ ਮਿਲ ਕੇ ਹੁੰਦੇ, ਤਾਂ ਜੋ ਕੱਲ ਨੂੰ ਕੋਈ ਇਹ ਨਾ ਆਖੇ ਮੈਂ ਇਹ ਕੀਤਾ ਹੈ, ਮੇਰੇ ਵੱਲੋਂ ਇਹ ਕੰਮ ਹੋਇਆ।
ਇਹ ਜਾਣੇ ਵੀ ਇਹ ਸਤਿਗੁਰਾਂ ਦਾ ਘਰ ਹੈ ਤੇ ਸਾਡਾ ਸਾਰਿਆਂ ਦਾ ਸਾਂਝਾ ਘਰ ਹੈ ਮਹਾਰਾਜ ਜੀ ਦਾ। ਇਹ ਭਾਵਨਾ ਹੋਣੀ ਚਾਹੀਏ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਹੱਥੀਂ ਟਹਿਲ ਕੀਤੀ, ਧਰਮਸ਼ਾਲਾ ਬਣਾਈ। ਭਾਉ ਭਗਤ ਕੇ ਭੇ ਅਧਿਕਾਰੀ, ਪ੍ਰੇਮਾ ਭਗਤੀ ਦੇ ਅਧਿਕਾਰੀ ਹੋ ਗਏ ਗੁਰੂ ਸਾਹਿਬ ਦੀ ਕਿਰਪਾ ਨਾਲ। ਸਿਮਰਨ ਲੱਗੇ ਵਾਹਿਗੁਰੂ ਨਾਮੋ। ਹੁਣ ਇਹ ਜਿੰਨੇ ਸਨ ਵੇਖੋ ਕਿੱਥੇ ਠੱਗੀਆਂ ਕਰਨ ਵਾਲੇ, ਬੰਦੇ ਮਾਰਨ ਵਾਲੇ, ਕਤਲ ਕਰਨ ਵਾਲੇ, ਸਤਿਗੁਰਾਂ ਦੀ ਐਸੀ ਦਇਆ ਵਰਤੀ, ਰਾਖਸ਼ਾਂ ਤੋਂ ਦੇਵਤੇ ਬਣ ਗਏ। ਅੱਠੇ ਪਹਿਰ ਸਿਮਰਨ ਕਰਨ ਲੱਗੇ। ਸਾਰੇ ਨਗਰ ਵਿੱਚ ਕੋਈ ਖੇਤਾਂ 'ਚ ਹਲ ਵਾਹੁੰਦਾ ਗੂੰਜਾਂ ਪਾ ਰਿਹਾ, ਕੋਈ ਨਗਰ ਵਿੱਚ ਫਿਰਦਾ ਗੂੰਜਾਂ ਪਾ ਰਿਹਾ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਸੱਚੇ ਨਾਮ ਦਾ ਇਹ ਅੰਮ੍ਰਿਤ ਸਿਮਰਨ ਸਾਰੇ ਕਰਨ ਲੱਗੇ ਹਨ। ਸਿੱਖੀ ਰੀਤ ਲੀਨੇ ਅਬਰਾਮੋ, ਸਿੱਖੀ ਦੀ ਜਿਹੜੀ ਮਰਿਆਦਾ ਹੈ, ਬੜੀ ਸੁੰਦਰ ਮਰਿਆਦਾ ਸਿੱਖੀ ਦੀ, ਉਹ ਇਹਨਾਂ ਨੇ ਧਾਰਨ ਕੀਤੀ ਹੈ, ਗ੍ਰਹਿਣ ਕੀਤੀ ਹੈ। ਕਿਤਕ ਦਿਵਸ ਬਸ ਕਰਤੇ ਥਾਨਾ, ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਨਗਰ ਵਿੱਚ ਰਹੇ। ਭਾਉ ਭਗਤ ਬਿਦਨੀ ਕਦਰੜਾਨਾ, ਪ੍ਰੇਮਾ ਭਗਤੀ ਸਾਰੇ ਨਗਰ ਨਿਵਾਸੀਆਂ ਨੂੰ ਸਤਿਗੁਰਾਂ ਨੇ ਦ੍ਰਿੜ ਕਰਵਾਈ। ਬਖਸ਼ੇ ਸਰਬ ਪਾਪ ਤਿਨ ਕੇਰੇ, ਇਹਨਾਂ ਦੇ ਕੀਤੇ ਜਿਤਨੇ ਪਿਛਲੇ ਗੁਨਾਹ ਸਨ ਮਹਾਰਾਜ ਜੀ ਨੇ ਬਖਸ਼ ਕੇ ਅੱਗੇ ਨੂੰ ਮਾਰਗ ਪਾ ਦਿੱਤਾ। ਬਹੁਰ ਚਲਾਏ ਪੰਥ ਭਲੇਰੇ, ਔਰ ਭਲੇ ਪੰਥ ਤੇ ਭਲੇ ਰਾਹ ਤੇ ਇਹਨਾਂ ਸਾਰੇ ਨਗਰ ਨਿਵਾਸੀਆਂ ਨੂੰ ਟੋਰਿਆ ਹੈ। ਬਿਦਾ ਭਏ ਤਿਨ ਤੇ ਬਰਿਆਈ, ਹੁਣ ਇਹ ਜਾਣ ਨਹੀਂ ਦਿੰਦੇ ਸਤਿਗੁਰਾਂ ਨੂੰ। ਮਹਾਰਾਜ ਜੀ ਤਿਨਾਂ ਨੂੰ ਧੀਰਜ ਦੇ ਕੇ, ਗੁਰਬਾਣੀ ਸ਼ਬਦ ਦੇ ਕੇ ਇਹਨਾਂ ਕੋਲੋਂ ਵਿਦਾ ਹੋਏ ਹਨ। ਆਗੇ ਕੀਨੋ ਗਮਨ ਗੁਸਾਈ, ਔਰ ਗੋਸਾਈ ਜਗਤ ਦੇ ਮਾਲਕ ਸੁਆਮੀ ਜੀ ਇੱਥੋਂ ਅੱਗੇ ਗਏ ਹਨ। ਮਹਾਯਗੀ ਜਿਨ ਜਗਤ ਉਦਾਰੇ, ਆਹ ਧੰਨ ਨੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਵੱਡੇ ਵੱਡੇ ਪਾਪੀ ਇਸ ਜਗਤ ਤੋਂ ਤਾਰ ਦਿੱਤੇ ਨੇ, ਉਧਾਰ ਦਿੱਤੇ ਹਨ। ਤਿਨ ਦਰਸ਼ਨ ਪਰ ਕਵ ਬਲਿਹਾਰੇ, ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖਦੇ ਨੇ, ਜਿਨ੍ਹਾਂ ਨੇ ਕਰੋੜਾਂ ਪਾਪੀਆਂ ਨੂੰ ਤਾਰ ਦਿੱਤਾ ਹੈ, ਐਸੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਮੈਂ ਵਾਰੇ-ਵਾਰੇ ਜਾਂਦਾ ਹਾਂ। ਦੋਹਰਾ ਮੁਕਤਾ ਪੰਕਤ ਸਰਸੁਤੀ, ਗੁਰ ਜਸ ਗੁਣ ਪੁਰਵਾਏ। ਗੁਰੂ ਸਾਹਿਬ ਜੀ ਦਾ ਜਿਹੜਾ ਜਸ ਹੈ ਨਾ, ਉਜਵਲ ਜਸ, ਉਹ ਇਉਂ ਕਹਿ ਲਈਏ ਵੀ ਮੋਤੀ ਨੇ, ਜਾਂ ਇਦਾਂ ਕਹਿ ਲਈਏ ਵੀ ਪਰਮੇਸ਼ਰ ਦੇ ਗੁਣ, ਅਕਾਲ ਪੁਰਖ ਦੀਆਂ ਵਡਿਆਈਆਂ, ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ, ਇਹ ਇੱਕ ਐਸੇ ਮੋਤੀਆਂ ਦਾ ਹਾਰ ਹੈ ਜਿਸ ਨੂੰ ਗੁਰਸਿੱਖਾਂ ਨੇ ਆਪਣੇ ਹਿਰਦੇ ਰੂਪੀ ਧਾਗੇ ਦੇ ਵਿੱਚ ਪਰੋਇਆ ਹੈ। ਪਹਿਰੇ ਉਰਦਵੈ ਲੋਕ ਮੈਂ ਸ਼ੋਭਾ ਹੈ ਅਧਿਕਾਏ, ਗੁਰੂ ਸਾਹਿਬ ਦੀ ਵਡਿਆਈ ਦੀ ਇਹ ਉਜਵਲ ਮੋਤੀਆਂ ਦੀ ਮਾਲਾ, ਇਹ ਮਾਲਾ ਹੈ ਜਿਹੜੀ ਹੁਣ ਕਥਾ ਆਪ ਜੀ ਸੁਣ ਰਹੇ ਹੋ ਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ। ਅਕਤੂਬਰ ਮਹੀਨੇ 'ਚ ਕਥਾ ਆਪਾਂ ਆਰੰਭ ਕੀਤੀ ਸੀ। ਇਹ ਜਿਤਨੀ ਕਥਾ ਆਪ ਜੀ ਨੇ ਗੁਰੂ ਸਾਹਿਬ ਦੀ ਸੁਣੀ ਹੈ ਜਾਂ ਅੱਗੇ ਸੁਣਨੀ ਹੈ, ਇਹ ਉਜਵਲ ਮੋਤੀਆਂ ਦੀ ਮਾਲਾ ਹੈ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਇਸ ਮਾਲਾ ਨੂੰ ਜਿਨ੍ਹਾਂ ਗੁਰਸਿੱਖਾਂ ਨੇ ਆਪਣੇ ਗਲ ਵਿੱਚ ਧਾਰਨ ਕੀਤਾ, ਯਾਨੀ ਕਿ ਜਿਨ੍ਹਾਂ ਨੇ ਸੁਣੀ ਹੈ, ਜਿਨ੍ਹਾਂ ਨੇ ਸੁਣੀ ਹੈ ਇਹ ਕਥਾ, ਸਮਝ ਲਓ ਉਹਨਾਂ ਨੇ ਮਾਲਾ ਆਪਣੇ ਗਲ ਵਿੱਚ ਪਾ ਲਈ ਹੈ। ਤੇ ਜਿਨ੍ਹਾਂ ਨੇ ਇਹ ਮਾਲਾ ਆਪਣੇ ਗਲ ਵਿੱਚ ਪਾਈ ਹੈ, ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚੋਂ ਸ਼ੋਭਨੀਕ ਹੋ ਗਏ ਹਨ। ਸਤਿ ਸ੍ਰੀ ਅਕਾਲ। ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਉਹਨਾਂ ਦੀ ਸੋਭਾ ਅਦਕ ਤੋਂ ਅਦਕ ਹੁੰਦੀ ਹੈ।
ਜਿਹੜੇ ਐਸੀ ਮਾਲਾ ਨੂੰ ਆਪਣੇ ਕੰਠ ਦੇ ਵਿੱਚ ਧਾਰਨ ਕਰਦੇ ਹਨ। ਸ਼੍ਰੀ ਬਾਲਾ ਸੰਦੁਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ। ਚੌਪਈ ਸੁਨੀਏ ਸ਼੍ਰੀ ਅੰਗਦ ਸੁਖ ਕਾਰਨ। ਚੌਪਈ ਦਾ ਮਤਲਬ ਕੀ ਹੁੰਦਾ ਭਲਾ? ਜਿਹਦੇ 4 ਚਰਨ ਹੋਣ ਉਹਨੂੰ ਚੌਪਈ ਕਹਿੰਦੇ ਆ। ਦੋਹਰਾ ਹੁੰਦਾ ਨਾ, ਪਿੱਛੇ ਦੋਹਰਾ ਆਇਆ, ਜਿਹਦੀਆਂ 2 ਪੰਕਤੀਆਂ ਹੋਣ ਉਹ ਦੋਹਰਾ। ਜਿਹਦੇ 4 ਪੈਰ ਹੋਣ ਯਾਨੀ ਕਿ 4 ਪੰਕਤੀਆਂ ਹੋਣ ਇੱਕ ਪਦੇ ਵਿੱਚ ਉਹਨੂੰ ਚੌਪਈ ਕਹਿੰਦੇ ਆ। ਹੁਣ ਇਹ ਚੌਪਈ ਚੱਲ ਰਹੀ ਹੈ, 4-4 ਪੰਕਤੀਆਂ 4-4 ਚਰਨਾਂ ਵਾਲੀ ਚੌਪਈ ਹੈ। ਕਹਿੰਦੇ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ ਸੁੱਖਾਂ ਦੇ ਕਾਰਨ ਸਤਿਗੁਰੂ ਜੀ। ਗਮਨੇ ਆਗੇ ਨਰਕ ਨਿਵਾਰਨ। ਨਰਕਾਂ ਤੋਂ ਆਪਣਿਆਂ ਸੇਵਕਾਂ ਤੋਂ ਬਚਾ ਲੈਣ ਵਾਲੇ ਸਤਿਗੁਰੂ। ਜਿਹੜਾ ਕੋਈ ਨਰਕਾਂ 'ਚ ਡਿੱਗਦਾ ਹੋਵੇ ਜੇ ਉਹਨੂੰ ਵੀ ਵੇਖ ਲੈਣ, ਬਸ ਇਸ਼ਾਰਾ ਹੀ ਕੀਤਾ ਚਿਤਾ ਵੱਲ। ਨਰਕਾਂ 'ਚ ਡਿੱਗਣ ਹੀ ਲੱਗਾ ਸੀ, ਜੰਮਾ ਨੇ ਪਕੜ ਲਿਆ ਸੀ, ਇਸ਼ਾਰਾ ਹੀ ਕੀਤਾ ਤੇ ਇਸ਼ਾਰਾ ਕਰਦਿਆਂ ਉਹਨੂੰ ਨਰਕਾਂ ਤੋਂ ਬਚਾ ਲਿਆ। ਐਸੇ ਨਰਕ ਨਿਵਾਰਣ ਨੇ ਸਤਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਇਸ ਨਗਰ ਤੋਂ ਅੱਗੇ ਚੱਲ ਪਏ। ਰੋਮ ਵਲਾਇਤ ਜਹਾਂ ਮਹਾਨਾ। ਰੋਮ ਵਲਾਇਤ ਦਾ ਇਲਾਕਾ, ਆ ਜਿਹੜਾ ਰੂਸ ਆਦਿਕ ਰਸ਼ੀਆ ਦਾ ਇਲਾਕਾ ਹੈ, ਇਸ ਪਾਸੇ ਨੂੰ ਨਿਕਲਦਿਆਂ ਰੋਮ। ਮਹਾਂਪੁਰਸ਼ ਵਿਦਵਾਨ ਦੱਸਦੇ ਨੇ ਵੀ ਰੋਮ ਜਿਹੜਾ ਇਟਲੀ ਦੇ ਵਿੱਚ ਦੱਸਿਆ ਜਾਂਦਾ, ਯੂਰਪ ਕੰਟਰੀ ਵਿੱਚ, ਉੱਥੇ ਵੀ ਗੁਰੂ ਨਾਨਕ ਸਾਹਿਬ ਗਏ ਹਨ। ਤੋ ਰੋਮ ਵਲਾਇਤ ਦਾ ਇਲਾਕਾ ਜਿਹੜਾ ਹੈ, ਮਹਾਰਾਜ ਸੱਚੇ ਪਾਤਸ਼ਾਹ ਚਲਦਿਆਂ ਉਸ ਪਾਸੇ ਹਬਸ਼ ਵਲਾਇਤ, ਰੋਮ ਵਲਾਇਤ, ਹਬਸ਼ ਵਲਾਇਤ ਜਿਹੜਾ ਅਫਰੀਕਾ ਦਾ ਇਲਾਕਾ ਹੈ, ਉਸ ਪਾਸੇ ਵੀ ਸਾਹਿਬ ਜੀ ਗਏ ਨੇ। ਤੋ ਰੋਮ ਵਲਾਇਤ ਮਹਾਰਾਜ ਸੱਚੇ ਪਾਤਸ਼ਾਹ ਜੀ ਚਲਦੇ ਚਲਦੇ ਪਹੁੰਚੇ ਹਨ। ਪਾਤਸ਼ਾਹ ਕਾਰੂ ਤੇ ਥਾਨਾ। ਇੱਥੇ ਕਾਰੂ ਦੇ ਸਮਾਨ ਇੱਕ ਰਾਜਾ ਰਹਿੰਦਾ ਸੀ। ਜਿਵੇਂ ਕਾਰੂ ਹੋਇਆ ਉਹਦੇ ਸਮਾਨ ਇੱਕ ਬਾਦਸ਼ਾਹ ਸੀ ਇੱਥੇ। ਤਹਾਂ ਜਾਏ ਦੇਖਿਓ ਪੁਰ ਭਾਰੀ। ਬੜਾ ਵੱਡਾ ਨਗਰ ਹੈ, ਬੜਾ ਵਿਸ਼ਾਲ ਨਗਰ ਹੈ, ਸਤਿਗੁਰੂ ਜੀ ਨੇ ਵੇਖਿਆ। ਮਹਾਰੰਕ ਬਸ ਹੈ ਨਰ ਨਾਰੀ। ਨਗਰ ਬੜਾ ਵੱਡਾ ਹੈ, ਸ਼ਹਿਰ ਬੜਾ ਵੱਡਾ ਹੈ, ਪਰ ਲੋਕ ਉੱਥੇ ਜਿਹੜੇ ਰਹਿੰਦੇ ਨੇ ਕੰਗਲੇ ਨੇ। ਉਹਨਾਂ ਦੀ ਦਸ਼ਾ ਬੜੀ ਮਾੜੀ, ਉਹਨਾਂ ਦੇ ਹਾਲਾਤ ਬੜੇ ਮਾੜੇ ਨੇ। ਕਿਰਤ ਕਰਤ ਸਭ ਦਿਵਸ ਬਿਤਾਵਹਿ। ਉਹ ਸਾਰਾ ਦਿਨ ਮਿਹਨਤਾਂ ਕਰਦੇ ਨੇ, ਕਿਰਤ ਕਰਦੇ ਨੇ, ਦਰਬ ਨ ਪਾਸ ਸਦਾ ਦੁਖ ਪਾਵਤ। ਕੰਮ ਕਰਦੇ ਨੇ ਪਰ ਪੈਸਾ ਨਹੀਂ ਹੈ ਉਹਨਾਂ ਕੋਲ। ਸਾਰਾ ਦਿਨ ਕਿਰਤ ਕਰਦੇ ਨੇ, ਧੰਦੇ ਕਰਦੇ ਨੇ, ਪਰ ਪੈਸਾ ਨਹੀਂ ਹੈ ਉਹਨਾਂ ਦੇ ਕੋਲ। ਬੜੇ ਦੁਖੀ ਤੇ ਵਿਆਕੁਲ ਲੋਕ ਹਨ। ਸੰਤ ਅਤਿਥ ਕੀ ਸੇਵ ਨ ਕਰਈ। ਹੁਣ ਜਦੋਂ ਪੱਲੇ ਹੀ ਨਹੀਂ ਹੈ ਕੁਝ ਤੇ ਆਏ ਹੋਏ ਕਿਸੇ ਸੰਤ ਅਤਿਥੀ ਦੀ ਸੇਵਾ ਕੀ ਕਰਨੀ ਸੀ? ਕਿਸੇ ਮਹਾਂਪੁਰਸ਼ ਅਤਿਥੀ ਦੀ ਸੇਵਾ ਤਾਂ ਹੀ ਹੋਵੇਗੀ ਜੇ ਕੋਲ ਹੋਵੇਗਾ ਕੁਝ। ਹੁਣ ਇਹਨਾਂ ਦੇ ਕੋਲ ਹੈ ਹੀ ਨਹੀਂ ਕੁਝ, ਇਸ ਕਰਕੇ ਕਿਸੇ ਸੰਤ ਅਤਿਥੀ ਦੀ ਕੋਈ ਸੇਵਾ ਟਹਿਲ ਨਹੀਂ ਕਰਦੇ। ਭੂਪ ਪ੍ਰਜਾਏ ਕਹਿ ਅਨੁਹਰਈ। ਜਿਹੋ ਜਿਹਾ ਰਾਜਾ ਇੱਥੋਂ ਦਾ ਉਹੋ ਜੀ ਪ੍ਰਜਾ ਹੈ। ਸ਼੍ਰੀ ਪਰਮੇਸ਼ਵਰ ਨਾਮ ਨ ਲਈ। ਨਾ ਹੀ ਰੱਬ ਦਾ ਨਾਂ ਲੈਂਦੇ ਐ। ਜਿਵੇਂ ਕਹਾਵਤ ਹੈ ਨਾ, ਜੈਸਾ ਰਾਜਾ ਤੈਸੀ ਪ੍ਰਜਾ, ਉਹੀ ਹਾਲਾਤ ਨੇ ਇੱਥੇ। ਨਾ ਰਾਜਾ ਰੱਬ ਰੱਬ ਕਰਦਾ ਹੈ, ਨਾ ਇੱਥੋਂ ਦੀ ਜਿਹੜੀ ਪ੍ਰਜਾ ਉਹ ਰੱਬ ਰੱਬ ਕਰਦੀ ਹੈ। ਦੁਹੂ ਲੋਕ ਦੁਖ ਪਾਵਹਿ ਤੇਈ। ਇੱਥੇ ਵੀ ਦੁਖੀ ਨੇ, ਦੁੱਖ ਭੋਗ ਰਹੇ ਨੇ, ਤੇ ਭਜਨ ਨਾ ਕਰਨ ਕਰਕੇ ਅੱਗੇ ਪਰਲੋਕ ਵਿੱਚ ਵੀ ਦੁਖੀ ਹੋਣਗੇ। ਤਿਨ ਕੋ ਸੁਖ ਦੇਨੇ ਕੇ ਹਿਤਾ। ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਇਹੋ ਜਿਹਾ ਲੋਕਾਂ ਦਾ ਲੋਕ ਪਰਲੋਕ ਸੁਹੇਲਾ ਕਰਨ ਵਾਸਤੇ, ਇਹਨਾਂ ਦਾ ਲੋਕ ਪਰਲੋਕ ਸੁਖੀਆ ਕਰਨ ਵਾਸਤੇ ਆਏ ਹਨ। ਔਰ ਪ੍ਰਵੇਸ਼ ਬੇਦੀ ਕੁਲ ਕੀਤਾ। ਬੇਦੀਆਂ ਦੀ ਕੁਲ ਦੇ ਕੇਤੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨਗਰ 'ਚ ਪ੍ਰਵੇਸ਼ ਕੀਤਾ। ਕਾਰੋਂ ਕੇਰ ਦੁਰਗ ਜਿਹੇ ਭਾਰੀ। ਜਿੱਥੇ ਰਾਜੇ ਕਾਰੂ ਦਾ ਬੜਾ ਵੱਡਾ ਕਿਲਾ ਸੀ, ਜਿਸ ਕੇ ਬੈਠੇ ਜਾਏ ਅਗਾਰੀ। ਉਸੇ ਕਿਲੇ ਦੇ ਦਰਵਾਜ਼ੇ ਦੇ ਕੋਲ ਜਾ ਕੇ ਸਤਿਗੁਰਾਂ ਨੇ ਆਸਣ ਲਾ ਲਿਆ। ਉੱਥੇ ਜਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੈਠ ਗਏ। ਬ੍ਰਿੰਦ ਹੋਤੇ ਦਰ ਪਰ ਦਰਵਾਨਾ। ਕਿਲੇ ਦੇ ਦਰਵਾਜ਼ੇ ਤੇ ਦਰਵਾਨਚੀ ਖੜੇ ਸਨ, ਬਹੁਤ ਸਿਪਾਹੀ ਖੜੇ ਸਨ। 300 ਸ਼੍ਰੀ ਗੁਰ ਬਚਨ ਬਖਾਨਾ। ਉਹਨਾਂ ਦਰਵਾਨਚੀਆਂ ਨੂੰ ਸੱਦ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਹਨਾਂ ਨੂੰ ਬੋਲੇ, ਕਹਿਣ ਲੱਗੇ, ਕੈਸੋ ਹੈ ਪਤਸ਼ਾਹ ਵਲਾਇਤ। ਮਹਾਰਾਜ ਜੀ ਕਹਿੰਦੇ, ਦੱਸੋ ਭਾਈ ਤੁਹਾਡੇ ਇਸ ਦੇਸ਼ ਦਾ ਰਾਜਾ ਕੈਸਾ ਹੈ? ਤੁਹਾਡੇ ਦੇਸ਼ ਦਾ
और राजा कैसा है। केतिक देत फकीर खरायत। ਉਹ ਫਕੀਰਾਂ ਨੂੰ ਕੋਈ ਦਿੰਦਾ ਦਾਨ ਦਵਈਆ? ਮਹਾਰਾਜ ਜੀ ਪੁੱਛਦੇ ਸਿਪਾਹੀਆਂ ਨੂੰ ਵੀ ਜੇ ਕੋਈ ਫਕੀਰ ਸਾਧੂ ਆਉਂਦਾ ਵੀ ਤੁਹਾਡਾ ਰਾਜਾ ਕੋਈ ਦਾਨ ਪੁੰਨ ਕਰਦਾ ਉਹਨਾਂ ਨੂੰ ਕਿ ਨਹੀਂ। ਕੈਸੋ ਨਿਉ ਪ੍ਰਜਾ ਕੋ ਕਰਈ। ਤੇ ਪ੍ਰਜਾ ਨਾਲ ਕਿਹੋ ਜਿਹਾ ਇਨਸਾਫ ਕਰਦਾ? ਇਨਸਾਫ ਪਸੰਦ ਹੈ, ਬੇਨਿਆਈ ਤਾਂ ਨਹੀਂ ਕਰਦਾ ਪ੍ਰਜਾ ਨਾਲ। ਜਿਹੜੀ ਪ੍ਰਜਾ ਆ ਉਹਦੇ ਨਾਲ ਉਹ ਕਿਵੇਂ ਪੇਸ਼ ਆਉਂਦਾ ਹੈ? ਕਰੁਣਾ ਕਿਤ ਕਰ ਦੇ ਮਹਿ ਧਰਈ। ਕੋਈ ਉਹਦੇ ਮਨ ਚ, ਕਿਉਂਕਿ ਰਾਜੇ ਦੇ ਅੰਦਰ ਕਰੁਣਾ ਵੀ ਹੋਣੀ ਚਾਹੀਦੀ ਹੈ। ਮਹਾਰਾਜ ਜੀ ਪੁੱਛਦੇ ਵੀ ਕਰੁਣਾ ਹੈ ਉਹਦੇ ਅੰਦਰ ਕੋਈ ਉਹਦੇ ਹਿਰਦੇ ਚ ਦਇਆ ਭਾਵ ਹੈ ਕਿ ਨਹੀਂ। ਸੁਨ ਦਰਵਾਨਨ ਗਿਰਾਇ ਉਚਾਰੀ। ਸੁਣ ਕੇ ਅੱਗੋਂ ਦਰਵਾਨਚੀ ਬੋਲੇ, ਕਹਿਣ ਲੱਗੇ ਅਤ ਪਰਜਾਇਨ ਕੀਨ ਦੁਖਾਰੀ। ਕਹਿਣ ਲੱਗੇ ਜੀ ਇਹਨੇ ਸਾਰੀ ਪ੍ਰਜਾ ਬੜੀ ਦੁਖੀ ਕੀਤੀ ਹੋਈ ਹੈ, ਸਾਰੀ ਪ੍ਰਜਾ ਬੜੀ ਦੁਖਾਈ ਹੋਈ ਹੈ। ਰਾਜਾ ਬੜਾ ਪਾਪੀ ਰਾਜਾ ਹੈ, ਅਧਰਮੀ ਰਾਜਾ ਹੈ। ਕਾਰੂ ਅਤ ਜ਼ੁਲਮੀ ਪਤਸ਼ਾਹੀ। ਕਾਰੂ ਬਾਦਸ਼ਾਹ ਬੜਾ ਜ਼ੁਲਮੀ ਹੈ, ਉਹਦੇ ਅੰਦਰ ਕੋਈ ਰਹਿਮ ਨਹੀਂ, ਕੋਈ ਤਰਸ ਨਹੀਂ, ਬੜਾ ਜ਼ੁਲਮੀ ਹੈ, ਜ਼ੁਲਮ ਕਰਦਾ ਹੈ। ਕ੍ਰਿਪਨ ਬਿਸਾਲ ਰਹਿ ਤਨ ਚਾਹੇ। ਔਰ ਇੰਨਾ ਕੰਜੂਸ ਹੈ, ਤੁਸੀਂ ਕਹਿੰਦੇ ਹੋ ਫਕੀਰਾਂ ਨੂੰ ਦਾਨ ਦਿੰਦਾ, ਉਹ ਪੁੱਛਦੇ ਹੋ ਵੀ ਦਿੰਦਾ ਕਿ ਨਹੀਂ। ਉਹ ਤਾਂ ਫਕੀਰਾਂ ਕੋਲ ਵੀ ਵੇਖਦਾ ਵੀ ਇਹਨਾਂ ਦੇ ਹੱਥ 'ਚ ਹੈ ਕਿ ਨਹੀਂ ਕੁਝ, ਉਹ ਵੀ ਖੋਹ ਲੈਂਦਾ। ਏਡਾ ਕੰਜੂਸ ਹੈ ਕਿ ਜਦੋਂ ਕੋਈ ਉਹਦੇ ਕੋਲ ਆਉਂਦਾ ਤੇ ਪੁੱਛਦਾ ਕੀ ਲੈ ਕੇ ਆਏ ਹੋ, ਤੇ ਜਦੋਂ ਕੋਈ ਜਾਣ ਲੱਗਦਾ ਤੇ ਕਹਿੰਦਾ ਕੀ ਦੇ ਕੇ ਜਾਓਗੇ। ਇਦਾਂ ਦਾ ਕੰਜੂਸ ਰਾਜਾ ਹੈ। ਰੰਚਕ ਦਾਨ ਕਿਸੂ ਨਹਿ ਦੇਈ। ਉਹ ਰੰਚਕ ਭਰ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ, ਏਡਾ ਕਠੋਰ ਤੇ ਨਿਰਦਈ ਹੈ। ਪ੍ਰਜਾ ਸਰਬ ਲੁੱਟ ਇਨ ਲਈ। ਇਹਨੇ ਸਾਰੀ ਪ੍ਰਜਾ ਲੁੱਟ ਲਈ ਆ, ਕਿਸੇ ਦੇ ਪੱਲੇ ਨਹੀਂ ਕੁਝ ਰਹਿਣ ਦਿੱਤਾ। ਇਸ ਕੋ ਭਰਾਤ ਹਰੂ ਨਹਿ ਜੋ। ਇਹਦਾ ਇੱਕ ਭਰਾ ਹੋਇਆ, ਉਹਦਾ ਨਾਂ ਸੀ ਹਾਰੂ ਬਾਦਸ਼ਾਹ। ਉਹ ਇਹਦਾ ਭਰਾ ਸੀ। ਦਰਬ ਗੰਜ 40 ਕੀ ਸੋ। ਉਹਨੇ 40 ਗੰਜ ਪੈਸਾ ਜੋੜਿਆ ਸੀ, ਉਹ ਇਹਦਾ ਭਰਾ ਸੀ। ਇਹ ਉਹਦੇ ਨਾਲੋਂ ਵੀ 2 ਰੱਤੀਆਂ ਉੱਤੇ ਨਿਕਲਿਆ। ਇਹ ਕਹਿੰਦਾ ਜੇ ਭਰਾ ਨੇ 40 ਗੰਜ ਜੋੜੇ ਤੇ ਮੈਂ ਇਹਨੂੰ ਵਧਾ ਕੇ 45 ਕਰ ਲਵਾਂ। ਇਹਨੇ 45 ਗੰਜ ਜੋੜੇ ਨੇ। ਗੰਜ ਇੰਨਾ ਉੱਚਾ ਹੁੰਦਾ ਹੈ ਕਿ ਸਿਰ ਉਤਾਂਹ ਨੂੰ ਕਰਕੇ ਵੇਖੀਏ ਤੇ ਪੱਗ ਪਿੱਛੇ ਨੂੰ ਡਿੱਗ ਪਵੇ। ਤੇ 40 ਗੰਜ ਇਹਦੇ ਭਰਾ ਨੇ ਜੋੜੇ ਸਨ। ਇਨ ਕੀਨੇ 45 ਗੰਜ। ਤੇ ਇਹਨੇ 45 ਗੰਜ ਜੋੜੇ ਨੇ। 45 ਗੰਜ ਧਨ ਜੋੜ ਕੇ ਇਕੱਠਾ ਕੀਤਾ। ਸਰਬ ਵਿਲਾਇਤ ਮਾਇਆ ਸੰਜ। ਜਿੰਨਾ ਸਾਡਾ ਦੇਸ਼ ਹੈ, ਸਾਡੇ ਸਾਰੇ ਦੇਸ਼ ਵਿੱਚ ਜਿੱਥੇ ਜਿੱਥੇ ਵੀ ਕੋਈ ਟਕਾ ਵੀ ਮਿਲਿਆ, ਰੁਪਈਆ ਮਿਲਿਆ, ਇਹਨੇ ਸਾਰਾ ਇਕੱਠਾ ਕਰਵਾ ਕੇ ਆਪਣੇ ਕੋਲ ਰੱਖ ਲਿਆ। ਦੋਹਰਾ ਦਾਦ ਪੁਕਾਰ ਨਾ ਸੁਨਹਿ ਕਛ, ਲੈ ਵਹਿ ਧਨ ਖੁਸਵਾਏ। ਕਿਸੇ ਦੀ ਕੋਈ ਦਾਦ ਪੁਕਾਰ ਨਹੀਂ ਸੁਣਦਾ, ਕਿਸੇ ਦੀ ਫਰਿਆਦ ਨਹੀਂ ਸੁਣਦਾ। ਬਸ ਇਹ ਕਹਿੰਦਾ ਪੈਸਾ ਹੈ ਤੇਰੇ ਕੋਲੇ। ਜਿਹੜਾ ਵੀ ਕੋਈ ਫਰਿਆਦ ਲੈ ਕੇ ਆਉਂਦਾ ਕਹਿੰਦਾ ਦੱਸ ਕਿੰਨੇ ਪੈਸੇ ਨੇ ਤੇਰੇ ਕੋਲੇ। ਇਹੀ ਪੁੱਛਦਾ ਤੇ ਇਹੀ ਇਕੱਤਰ ਕਰਦਾ। ਦਇਆਹੀਨ ਦੁਖ ਦੇਹ ਸਭ, ਮਾਨਤ ਬਾਤ ਨਾ ਕਾਏ। ਦਇਆ ਤੋਂ ਹੀਣਾ, ਦੁੱਖ ਦਿੰਦਾ ਸਾਰਿਆਂ ਨੂੰ, ਕਿਸੇ ਦੀ ਕਈ ਗੱਲ ਨੂੰ ਨਹੀਂ ਮੰਨਦਾ। ਚੌਪਈ ਦੇਸ਼ ਵਲਾਇਤ ਸਗਰੇ ਲੋਕਾ। ਜਿਹੜੇ ਵਲਾਇਤ ਦੇਸ਼ ਦੇ ਸਾਰੇ ਲੋਕ ਹਨ, ਰਹਿ ਦੁਖੀ ਨਿਤ ਧਾਰੇ ਔਰ ਸ਼ੋਕਾ। ਸੰਤ ਜੀ ਸਾਰੇ ਦੁਖੀ ਰਹਿੰਦੇ ਨੇ, ਬੜੇ ਸ਼ੋਕਾ ਤੁਰ ਨੇ, ਬੇਬਲ ਨੇ। ਕਿਤੇ ਗ੍ਰਾਮ ਕਰ ਗਏ ਉਜਾਰਾ। ਕਈ ਆਪਣੇ ਪਿੰਡ ਉਜਾੜ ਕੇ ਦੇਸ਼ ਛੱਡ ਕੇ ਟੁਰ ਗਏ ਨੇ। ਆਪਣੇ ਪਿੰਡ ਉਜਾੜ ਕੇ ਇਹ ਦੇਸ਼ ਛੱਡ ਕੇ ਚਲੇ ਗਏ ਨੇ। ਕੇਤਿਕ ਮਰ ਗਏ ਕਰਤ ਪੁਕਾਰਾ। ਕਈ ਪੁਕਾਰਾਂ ਕਰਦੇ ਕਰਦੇ ਹੀ ਮਰ ਗਏ। ਇਹ ਕੋਈ ਤਰੱਕੀ ਨਹੀਂ ਹੁੰਦੀ ਦੇਸ਼ਾਂ ਦੀ ਕਿ ਕੋਈ ਦੇਸ਼ਾਂ ਨੂੰ ਛੱਡ ਕੇ ਪਲਾਇਨ ਕਰੇ, ਇਸ ਕਰਕੇ ਵੀ ਇੱਥੇ ਕੰਮ ਨਹੀਂ ਹੈ। ਇਹ ਦੇਸ਼ਾਂ ਦੀ ਤਰੱਕੀ ਨਹੀਂ ਹੋਇਆ ਕਰਦੀ ਕਿ ਕੋਈ ਦੇਸ਼ ਛੱਡ ਕੇ ਚਲਾ ਜਾਵੇ, ਇਸ ਲਈ ਛੱਡ ਕੇ ਜਾਵੇ ਕਿ ਕੰਮ ਨਹੀਂ, ਕਿਰਤ ਨਹੀਂ, ਪੜ੍ਹ ਲਿਖ ਕੇ ਵੀ ਭੁੱਖਿਆਂ ਮਰਦੇ ਹਾਂ। ਕਿਤੇ ਦੂਸਰੇ ਦੇਸ਼ ਵਿੱਚ ਚਲੇ ਜਾਈਏ ਤੇ ਇਸ ਦੇਸ਼ ਦੇ ਜਿਹੜੇ ਨੇਤਾ ਉਹ ਟਾਰਾਂ ਮਾਰਨ ਤੇ ਆਖਣ ਅਸੀਂ ਬੜੀ ਤਰੱਕੀ ਕਰਦੇ ਆ, ਲਾਹਨਤ ਹੋਣੀ ਚਾਹੀਦੀ ਆ ਉਹਨਾਂ ਤੇ। ਉਹ ਦੇਸ਼ ਤਰੱਕੀਆਂ ਨਹੀਂ ਕਰਦੇ ਜਿਨ੍ਹਾਂ ਦੇਸ਼ਾਂ 'ਚ ਲੋਕ ਪਲਾਇਨ ਕਰ ਜਾਣ ਉੱਜੜ ਕੇ।
ਕਹਿਣ ਲੱਗੇ ਜੀ ਸਾਡੇ ਤਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਉੱਜੜ ਗਏ ਨੇ ਔਰ ਉੱਜੜ ਕੇ ਪਿੰਡਾਂ ਨੂੰ ਛੱਡ ਕੇ ਦੂਜੇ ਦੇਸ਼ਾਂ 'ਚ ਚਲੇ ਗਏ ਨੇ। ਸੁਨ ਕਰ ਤਿਨ ਤੇ ਕਿਰਪਾ ਨਿਧਾਨਾ। ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਲੋਕਾਂ ਦੀਆਂ ਗੱਲਾਂ ਸੁਣੀਆਂ, ਪੁਨ ਬੂਝੇ ਸੋ ਦਰਵਾਨਾ। ਉਸੇ ਦਰਵਾਨਚੀ ਨੂੰ ਮਹਾਰਾਜ ਜੀ ਫਿਰ ਪੁੱਛਣ ਲੱਗੇ, ਕੈਸੇ ਦਰਬ ਕੀਨ ਇਕਠਾਈ। ਮਹਾਰਾਜ ਜੀ ਕਹਿੰਦੇ ਇੰਨਾ ਪੈਸਾ ਇਹਨੇ ਜੋੜਿਆ ਕਿਵੇਂ ਇੱਕ ਜਗ੍ਹਾ ਤੇ? ਸਤਿਗੁਰੂ ਪੁੱਛਦੇ ਕਿ ਇੰਨਾ ਪੈਸਾ ਇਹਨੇ ਜੋੜਿਆ ਕਿਵੇਂ ਆ ਇੱਕ ਜਗ੍ਹਾ ਤੇ? ਰਾਖਤ ਹੈ ਨਰ ਅਧਿਕ ਦੁਰਾਈ। ਕਿ ਜਿਹੜਾ ਲੋਕਾਂ ਕੋਲੋਂ ਲੋਕ ਤਾਂ ਬੜੇ ਲੁਕਾ ਕੇ ਰੱਖਦੇ ਆ ਪੈਸੇ ਆਪਣੇ ਕੋਲ, ਇਹਨੂੰ ਕਿਵੇਂ ਦੇ ਦਿੱਤਾ ਸਾਰਿਆਂ ਨੇ? ਲੋਕ ਤਾਂ ਧਰਤੀਆਂ 'ਚ ਦੱਬ ਕੇ ਰੱਖਦੇ ਆ, ਇਹਨੂੰ ਕਿਵੇਂ ਲੋਕ ਸਾਰਾ ਪੈਸਾ ਆਪਣਾ ਦੇ ਗਏ? ਹੋਏ ਇਕੇਲੇ ਗਾਢ ਹੈ ਧਰਮ। ਲੋਕ ਤਾਂ ਇਕਾਂਤ ਵਿੱਚ ਜਾ ਕੇ ਜਿਹੜਾ ਕੋਈ ਰੁਪਈਆ ਟਕਾ ਹੁੰਦਾ ਆਪਣੇ ਘਰ 'ਚ ਗੱਡ ਕੇ ਜ਼ਮੀਨ 'ਚ ਰੱਖਦੇ ਨੇ। ਨਿਸ ਦਿਨ ਬਸਿਓ ਰਹਿਤ ਸੋ ਉਰਮੈ। ਔਰ ਰਾਤ ਦਿਨ ਉਹਦਾ ਖਿਆਲ ਆਪਣੇ ਹਿਰਦੇ 'ਚ ਰੱਖਦੇ ਹਨ। ਕੌਣ ਰੀਤ ਕਰ ਇਨਹਿ ਸਕੀਲੀ। ਇਹ ਰਾਜੇ ਤੁਹਾਡੇ ਨੇ ਕਿਹੜੀ ਰੀਤੀ ਨਾਲ ਲੋਕਾਂ ਕੋਲੋਂ ਪੈਸਾ ਇਕੱਠਾ ਕੀਤਾ? ਆਵਤ ਜਾਤੀ ਹੋਤ ਦੁਹੇਲੀ। ਕਿ ਲੋਕ ਆਉਂਦੇ, ਕਿਉਂਕਿ ਇਹ ਧਨ ਆਉਂਦਾ ਵੀ ਦੁੱਖ ਦੇ ਕੇ ਆ ਤੇ ਜਾਂਦਾ ਵੀ ਦੁੱਖ ਦੇ ਕੇ ਆ। ਤਬ ਦਰਵਾਨਨ ਬੈਨ ਬਖਾਨਾ। ਦਰਵਾਨਚੀ ਸੁਣ ਕੇ ਬੋਲੇ, ਕਹਿਣ ਲੱਗੇ ਸੁਨਹੁ ਬਾਤ ਦਰਵੇਸ਼ ਮਹਾਨਾ। ਕਹਿਣ ਲੱਗਾ ਹੇ ਦਰਵੇਸ਼ ਜੀ ਸੁਣੋ ਧਿਆਨ ਨਾਲ, ਮੈਂ ਦੱਸਦਾ ਹਾਂ। ਏਕ ਸਮੈ ਕਾਰੂ ਜੋ ਜਾਈ। ਇੱਕ ਦਿਨ ਦਾ ਬਚਨ ਹੈ ਵੀ ਸਾਡਾ ਜਿਹੜਾ ਰਾਜਾ ਸੀ ਕਾਰੂ, ਨਿਜ ਵਜੀਰ ਸਭ ਲੀਨ ਬੁਲਾਈ। ਇਹਨੇ ਆਪਣੇ ਸਾਰੇ ਵਜ਼ੀਰ ਇਕੱਠੇ ਕਰਕੇ ਬੁਲਾ ਲਏ। ਭੋਜਨ ਕੀਨੇ ਬਚਨ ਕਠੋਰਾ। ਬੜੇ ਕਠੋਰ ਸ਼ਬਦਾਂ ਵਿੱਚ ਆਪਣੇ ਵਜ਼ੀਰਾਂ ਨੂੰ ਪੁੱਛਦਾ ਪਾਤਸ਼ਾਹ ਕਾਰੂ, ਕਹਿੰਦਾ ਹੈ ਕਿ ਨਹੀਂ ਤਨ ਔਰ ਠੋਰਾ। ਕਹਿਣ ਲੱਗਾ ਦੱਸੋ ਬਈ ਕਿਤੇ ਪੈਸਾ ਹੈ ਹੋਰ ਜਗ੍ਹਾ ਤੇ ਕਿ ਨਹੀਂ? ਸਾਰੇ ਦੇਸ਼ ਵਿੱਚ ਵੇਖੋ ਕਿੱਥੇ ਕੋਈ ਪੈਸਾ ਰਹਿ ਗਿਆ ਹੋਵੇ। ਮੋਰ ਵਲਾਇਤ ਮੈਂ ਕਿਤ ਬਾਚੋ। ਮੇਰੀ ਵਲਾਇਤ ਵਿੱਚ ਕਿਸੇ ਦੇਸ਼ ਵਿੱਚ ਕੋਈ ਪੈਸਾ ਰਹਿ ਗਿਆ ਕਿਸੇ ਥਾਂ ਤੇ, ਕਿਸੇ ਜਗ੍ਹਾ ਤੇ, ਕਿਸੇ ਕਾਰੋਬਾਰ 'ਚ ਤਾਂ ਵੇਖੋ ਕਿਤੇ ਰਹਿ ਗਿਆ ਹੋਵੇ। ਦੇਹੋ ਬਤਾਏ ਬੈਨ ਕਹਿ ਸਾਚੋ। ਉਹ ਸਾਰੀਆਂ ਗੱਲਾਂ ਮੈਨੂੰ ਸੱਚੋ ਸੱਚ ਦੱਸੋ ਜੀ, ਕਿਤੇ ਕਿਤੇ ਧਨ ਰਹਿ ਗਿਆ ਹੋਵੇ ਮੇਰੇ ਕੋਲ ਨਹੀਂ ਆਇਆ ਤੇ ਉੱਥੋਂ ਵੀ ਲਿਆਓ ਇਕੱਠਾ ਕਰਕੇ। ਦੋਹਰਾ ਸੁਨ ਵਜੀਰ ਡਰ ਅਰਜ ਕੀ। ਕਹੂੰ ਰਜਤ ਪਣ ਨਾਹੇ। ਸੁਣ ਕੇ ਅੱਗੋਂ ਵਜ਼ੀਰ ਬੋਲਿਆ, ਕਹਿਣ ਲੱਗੇ ਸਾਰੇ ਵਜ਼ੀਰ ਡਰਦੇ ਹੋਏ, ਕਹਿੰਦੇ ਬਾਦਸ਼ਾਹ ਸਲਾਮਤ, ਅਸੀਂ ਕਿਸੇ ਦੇਸ਼ ਦੇ ਕਿਸੇ ਕੋਨੇ ਵਿੱਚ ਕਿਸੇ ਮਹਿਕਮੇ ਕੋਲ ਕਿਸੇ ਵੀ ਪ੍ਰਕਾਰ ਦਾ ਧਨ ਨਹੀਂ ਰਹਿਣ ਦਿੱਤਾ। ਨਾ ਸੋਨਾ, ਨਾ ਚਾਂਦੀ, ਨਾ ਤਾਂਬੇ ਦੇ ਪੱਥਰ ਤੱਕ ਵੀ ਅਸੀਂ ਕਿਸੇ ਕੋਲ ਨਹੀਂ ਰਹਿਣ ਦਿੱਤੇ, ਕੋਡੀਆਂ ਤੱਕ ਵੀ ਨਹੀਂ ਰਹਿਣ ਦਿੱਤੀਆਂ। ਸਾਰਾ ਕੁਝ ਇਕੱਠਾ ਕਰਕੇ ਲੋਕਾਂ ਕੋਲੋਂ ਖੋਹ ਕੇ ਲੈ ਆਏ ਹਾਂ। ਸਰਦ ਮੇਘ ਜਲਹੀਨ ਜਿਉ ਤਿਉ ਲਖ ਦੇਸ਼ਨ ਮਾਹੀ। ਜਿਵੇਂ ਸਿਆਲਾਂ ਦੇ ਦਿਨਾਂ ਵਿੱਚ ਬੱਦਲ ਹੁੰਦੇ ਆ ਨਾ ਪਾਣੀ ਤੋਂ ਬਿਨਾਂ ਖਾਲੀ, ਏਦਾਂ ਤੇਰਾ ਸਾਰਾ ਦੇਸ਼ ਇਸ ਵੇਲੇ ਪੈਸੇ ਤੋਂ ਬਿਨਾਂ, ਕਿਸੇ ਕੋਲ ਇੱਕ ਪੈਸਾ ਵੀ ਨਹੀਂ। ਚੌਪਈ ਏਕ ਰਜਤ ਪਣ ਸਗਰੇ ਦੇਸ਼ਾ। ਕਹਿਣ ਲੱਗੇ ਬਾਦਸ਼ਾਹ ਸਲਾਮਤ, ਤੂੰ ਪੈਸਿਆਂ ਦੀ ਗੱਲ ਕਰਦਾ, ਤੇਰੇ ਪੂਰੇ ਦੇਸ਼ ਭਰ ਦੇ ਵਿੱਚ 1 ਰੁਪਈਆ ਵੀ ਕਿਤੋਂ ਨਹੀਂ ਮਿਲੇਗਾ। ਖੋਜਿਓ ਪਾਏ ਨ ਕਹੂੰ ਨਰੇਸ਼ਾ। 1 ਰੁਪਈਆ ਤੱਕ ਵੀ ਜੇ ਤੂੰ ਖੋਜਣਾ ਚਾਹੇ ਵੀ ਤੇਰੇ ਦੇਸ਼ ਚੋਂ ਕਿਸੇ ਦੇ ਕੋਲੋਂ ਲੱਭ ਜੇ ਮਿਲ ਜਾਏ ਤਾਂ ਨਹੀਂ ਮਿਲੇਗਾ। ਸੁਨ ਕਾਰੂ ਨਿਜ ਸੁਤਾ ਬੁਲਾਈ। ਸੁਣ ਕੇ ਕਾਰੂ ਕਹਿੰਦਾ ਅੱਛਾ ਵਜ਼ੀਰੋ, ਜੇ ਮੈਂ ਕੱਢ ਕੇ ਵਿਖਾ ਦਿਆਂ ਤੁਹਾਨੂੰ ਫਿਰ? ਇਹਨੇ ਆਪਣੀ ਲੜਕੀ ਬੁਲਾਈ, ਕਹਿਓ ਇਸੇ ਕੋ ਵੇਚੋ ਜਾਈ। ਕਹਿਣ ਲੱਗਾ ਜਾਓ ਮੇਰੀ ਇਹ ਲੜਕੀ ਲੈ ਜਾਓ ਬਾਜ਼ਾਰ ਵਿੱਚ ਤੇ ਇਹਨੂੰ ਵੇਚਣ ਵਾਸਤੇ ਐਲਾਨ ਕਰੋ। ਏਕ ਰਜਤ ਪਣ ਜੋ ਨਰ ਦੇਵੈ। ਐਲਾਨ ਇਹ ਕਰੋ ਵੀ ਜਿਹੜਾ ਇਸ ਲੜਕੀ ਰਾਜੇ ਦੀ ਲੜਕੀ ਹੈ 1 ਰੁਪਈਆ ਇਹਦੇ ਬਦਲੇ ਦੇਵੇਗਾ, ਸੋ ਪਤ ਸ਼ਾਹ ਸੁਤਾ ਕੋ ਲੇਵੈ। ਉਹਨੂੰ ਇਹ ਲੜਕੀ ਵਿਆਹ ਦਿੱਤੀ ਜਾਏਗੀ, ਰਾਜੇ ਦੀ ਇਹ ਰਾਜਕੁਮਾਰੀ ਉਹਨੂੰ ਵਿਆਹ ਦਿੱਤੀ ਜਾਏਗੀ। ਅਸ ਕਹਿ ਠਾਂਡੀ ਕੀਨ ਬਜ਼ਾਰੋ। ਏਦਾਂ ਕਹਿ ਕੇ ਵਜ਼ੀਰਾਂ ਨੇ ਰਾਜੇ ਦੇ ਕਹਿਣ ਮੁਤਾਬਕ ਇਹਦੀ ਲੜਕੀ ਨੂੰ ਲੈ ਗਏ ਬਾਜ਼ਾਰ ਵਿੱਚ। ਚੰਦ ਬਦਨ ਜਿਹੇ ਲੋਚਨ ਚਾਰੋ। ਹੁਣ ਉਹ ਸੁੰਦਰ ਸਰੂਪ ਸੀ ਰਾਜੇ ਦੀ ਲੜਕੀ। 14 ਸਾਲ ਬਾਲਕ ਆਇਓ। ਇੱਕ 14 ਕੁ ਸਾਲਾਂ ਦਾ ਮੁੰਡਾ ਹੋਵੇਗਾ, ਛੋਟਾ ਜਿਹਾ ਬਾਲਕ,
ਉਹਨੇ ਜਦੋਂ ਉਸ ਲੜਕੀ ਨੂੰ ਵੇਖਿਆ, ਵੇਖ ਸਰੂਪ ਮਨ ਰਹਿਓ ਲੁਭਾਇਓ। ਹੁਣ 14 ਕੁ ਸਾਲਾਂ ਦਾ ਮੁੰਡਾ ਸੀ ਬਾਲਕ, ਉਹਦਾ ਮਨ ਲੁਭਾਏ ਮਾਨ ਹੋਇਆ। ਮਾਤ ਸਮੀਪ ਗਇਓ ਤਬ ਤਾਇਓ। ਔਰ ਜਾ ਕੇ ਆਪਣੀ ਮਾਤਾ, ਉਹਦੀ ਵਿਧਵਾ ਸੀ, ਪਿਓ ਇਹਦਾ ਸਿਰ ਤੇ ਨਹੀਂ ਸੀ, ਆਪਣੀ ਮਾਂ ਦੇ ਕੋਲ ਗਿਆ। ਹੋਇਆ ਤੁਰ ਅਸ ਬਚਨ ਅਲਾਇਓ। ਬੜਾ ਆਤੁਰ ਤੇ ਦੁਖੀ ਹੋ ਕੇ ਰੋਂਦਾ ਰੋਂਦਾ ਆਪਣੀ ਮਾਂ ਨੂੰ ਕਹਿਣ ਲੱਗਾ, ਜਨਨੀ ਏਕ ਰਜਤ ਬਣ ਦੀਜੈ। ਕਿ ਮਾਂ ਜਿੱਥੋਂ ਮਰਜ਼ੀ ਕਰ, ਮੈਨੂੰ 1 ਰੁਪਈਆ ਦੇ, ਮੈਂ ਰਾਜੇ ਦੀ ਲੜਕੀ ਨੂੰ ਵਿਆਹ ਕੇ ਲਿਆਉਣਾ, ਉਹਦੇ ਬਦਲੇ ਰੁਪਈਆ ਦੇਣਾ ਪਵੇਗਾ, ਜਿਵੇਂ ਮਰਜ਼ੀ ਕਰ, ਮੈਨੂੰ 1 ਰੁਪਈਆ ਚਾਹੀਦਾ ਹੈ। ਪਾਤਸ਼ਾਹ ਕੀ ਤਨੀਆ ਲੀਜੈ। ਔਰ ਰਾਜੇ ਦੀ ਲੜਕੀ ਨੂੰ ਵਿਆਹ ਕੇ ਲਿਆਵਾਂਗੇ। ਸੁੰਦਰ ਰੂਪ ਹੈ ਜਿਸ ਕੇਰਾ। ਸੁੰਦਰ ਸਰੂਪ ਹੈ ਰਾਜੇ ਦੀ ਲੜਕੀ। ਇਹ ਸੋਦੇ ਮਹਿ ਲਾਭ ਕਨੇਰਾ। ਔਰ ਮੈਨੂੰ ਲਾਭ ਵੀ ਹੋਵੇਗਾ, ਮੈਂ ਰਾਜੇ ਦਾ ਦਮਾਦ ਬਣ ਜਾਵਾਂਗਾ। ਸੁਨ ਸੁਤ ਏਕ ਰਜਤ ਬਣ ਨਾਹੀ। ਅੱਗੋਂ ਮਾਂ ਕਹਿਣ ਲੱਗੀ, ਪੁੱਤਰ ਰੁਪਈਏ ਦੀ ਗੱਲ ਕਰਦਾ, ਇੱਥੇ ਤਾਂ ਕੌਡੀ ਨਹੀਂ ਲੱਭਣੀ ਕਿਤੇ। 1 ਰੁਪਈਆ ਹੁਣ ਮੈਂ ਤੈਨੂੰ ਕਿੱਥੋਂ ਦੇ ਦਿਆਂ? ਹੋ ਜੋ ਸਗਰੇ ਦੇਸ਼ ਜਮਾਹੀ। ਰੁਪਈਆ ਤਾਂ ਤੈਨੂੰ ਸਾਰੇ ਦੇਸ਼ ਵਿੱਚ ਨਹੀਂ ਲੱਭਣਾ, ਤੇ ਘਰੋਂ ਲੱਭਣਾ ਹੈ ਤੂੰ। ਸਾਰੇ ਦੇਸ਼ ਵਿੱਚ ਟਟੋਲੇ ਲੱਭੇ ਤੇ ਤੈਨੂੰ ਕਿਤੇ ਨਾ ਮਿਲੇ। ਜੇ ਕਰ ਮੋਲ ਨ ਪਾਸ ਹਮਾਰੇ। ਕਹਿਣ ਲੱਗਾ, ਜੀ ਜੇ ਸਾਡੇ ਕੋਲ ਮੁੱਲ ਨਹੀਂ, ਕਿਉਂ ਸੋ ਦੇ ਕੋ ਲੈਨ ਉਚਾਰੇ। ਕਹਿੰਦਾ ਫਿਰ ਸੌਦਾ ਕਿਵੇਂ ਲਵਾਂਗੇ ਆਪਾਂ? ਸਭ ਹਟ ਗਹਿਓ ਸਬਾਲ ਬਿਸਾਲਾ। ਉਸ ਮੁੰਡੇ ਨੇ ਬੜਾ ਹੱਠ ਕੀਤਾ, ਕਹੇ ਕਿ ਲੈ ਦੀ ਜੋ ਤਤਕਾਲਾ। ਕਹਿੰਦਾ ਜਿਵੇਂ ਮਰਜ਼ੀ ਕਰ, ਮੈਂ ਤਾਂ ਇਹ ਸੌਦਾ ਖਰੀਦਣਾ ਹੀ ਹੈ, ਮੈਂ ਰਾਜੇ ਦਾ ਜਵਾਈ ਬਣਦਾ, ਔਰ ਮੈਂ ਨਹੀਂ ਹੁਣ ਪਿੱਛੇ ਹਟਣਾ, ਮੈਨੂੰ ਜਿੱਥੋਂ ਮਰਜ਼ੀ ਰੁਪਈਆ ਪੈਦਾ ਕਰਕੇ ਦੇ। ਨਾ ਤੁਰ ਨਹੀਂ ਜੀਵਨਾ ਮੇਰੋ। ਬਾਲ ਹੱਠ ਬੜਾ ਮਾੜਾ ਹੁੰਦਾ, ਬਾਲਕ ਦਾ ਹੱਠ। ਇਹਨੇ ਉਸ ਵੇਲੇ ਬਹੁਤ ਜ਼ਿਆਦਾ ਜਿੱਦ ਕੀਤੀ, ਕਹਿੰਦਾ ਨਹੀਂ ਤਾਂ ਮੈਂ ਮਰ ਜਾਣਾ, ਆਪਣਾ ਜੀਵਨ ਸਮਾਪਤ ਕਰ ਲੈਣਾ। ਗਿਰਿਓ ਧਰਨ ਪਰ ਖਾਏ ਕੁਮੇਰੋ। ਇੰਨਾ ਜ਼ਿਆਦਾ ਚਿੰਖਿਆ ਝਾੜਿਆ ਵੀ ਰੋਂਦਾ ਕੁਰਲਾਉਂਦਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਨਨੀ ਰੋਏ ਚਿੰਤ ਬਹੁ ਕਰਹੀ। ਮਾਂ ਇਹਦੇ ਸਿਰ ਦੇ ਕੋਲ ਬਹਿ ਕੇ ਰੋਂਦੀ ਕੁਰਲਾਉਂਦੀ ਮੱਥੇ ਤੇ ਹੱਥ ਮਾਰਦੀ ਐ। ਗਹਿ ਕੈ ਸੁਤ ਕੋ ਹਾਥ ਉਚਰਹੀ। ਪਾਣੀ ਪਾਇਆ ਮੂੰਹ ਵਿੱਚ, ਹੋਸ਼ ਵਿੱਚ ਆਇਆ ਤੇ ਹੱਥ ਫੜ ਕੇ ਆਪਣੇ ਪੁੱਤਰ ਦਾ ਕਹਿਣ ਲੱਗੀ, ਜਬ ਤਵ ਪਿਤਾ ਧਰਨ ਦਫਨਾਇਓ। ਕਹਿੰਦੀ ਸੁਣ, ਫਿਰ ਜੇ ਰੁਪਈਆ ਲੈਣਾ, ਤੇਰਾ ਪਿਓ ਮਰ ਗਿਆ ਸੀ, ਜਦੋਂ ਉਹਨੂੰ ਮਿੱਟੀ 'ਚ ਦੱਬਿਆ ਸੀ ਨਾ, ਦਫਨ ਕੀਤਾ ਸੀ, ਏਕ ਰਜਤ ਬਣ ਤੇ ਮੁਖ ਪਾਇਓ। ਉਦੋਂ 1 ਰੁਪਈਆ ਉਹਦੇ ਮੂੰਹ ਵਿੱਚ ਪਾ ਕੇ ਉਹਨੂੰ ਦੱਬਿਆ ਸੀ। ਸਾਡੀ ਇਹ ਰਵਾਇਤ ਸੀ ਕਿ ਮੁਰਦੇ ਨੂੰ ਮੂੰਹ 'ਚ ਰੁਪਈਆ ਪਾ ਕੇ ਅਸੀਂ ਦੱਬਦੇ ਸਾਂ। ਜਦੋਂ ਤੇਰਾ ਬਾਪ ਮਰਿਆ ਸੀ, ਉਹਨੂੰ ਅਸੀਂ ਮਿੱਟੀ 'ਚ ਦੱਬਿਆ ਸੀ ਕਬਰ ਦੇ ਵਿੱਚ, ਤਾਂ ਉਹਦੇ ਮੂੰਹ 'ਚ ਰੁਪਈਆ ਪਾ ਕੇ ਉਹਨੂੰ ਦੱਬਿਆ ਸੀ। ਰਹਿ ਨ ਸਕਤ ਸੋ ਲੈ ਹੋ ਨਿਕਾਸੇ। ਨਹੀਂ ਰਹਿ ਸਕਦਾ ਤੇ ਜਾ ਕੇ ਆਪਣੇ ਪਿਓ ਦੀ ਕਬਰ ਪੁੱਟ ਲੈ, ਔਰ ਉਹਦੇ ਵਿੱਚੋਂ ਰੁਪਈਆ ਕੱਢ ਲੈ। ਇਉਂ ਸੁਨ ਬਾਲਕ ਭਇਓ ਹੁਲਾਸੇ। ਇਹ ਸੁਣ ਕੇ ਮੁੰਡਾ ਬੜਾ ਖੁਸ਼ ਹੋਇਆ, ਕਹਿੰਦਾ ਹੁਣ ਤਾਂ ਕੰਮ ਬਣ ਜਾਏਗਾ। ਜਹਾਂ ਪਿਤਾ ਕੀ ਗੋਰ ਬਤਾਈ। ਜਿੱਥੇ ਇਹਦੇ ਪਿਓ ਦੀ ਕਬਰ ਸੀ ਉੱਥੇ ਗਿਆ। ਖੋਦਨ ਲਗਿਓ ਜਾਏ ਸੋ ਥਾਈ। ਉਹ ਕਬਰ ਨੂੰ ਖੋਦਣ ਲੱਗਾ, ਖੁਦਾਈ ਕਰਦਾ ਕਰਦਾ ਡੂੰਘਾ ਚਲਾ ਗਿਆ। ਤਹਿ ਤੇ ਤਤ ਛਿਨ ਲੀਨ ਨਿਕਾਸਾ। ਪਿਓ ਦਾ ਕੰਕਾਲ ਹੱਡੀਆਂ ਸਨ ਵਿੱਚ, ਉਹ ਨਹੀਂ ਵੇਖ ਕੇ ਇਹਦੇ ਮਨ 'ਚ ਕੋਈ ਦਇਆ ਤਰਸ ਆਈ। ਲੋਭੀ ਇਹ ਵੀ ਹੋਇਆ ਸੀ। ਰੁਪਈਆ ਉਹਦੇ ਵਿੱਚੋਂ ਲੱਭਿਆ, ਇਹਨੇ ਕੱਢ ਲਿਆ। ਚਲਿਓ ਬਾਜ਼ਾਰ ਹਿਰਦੈ ਹੁਲਾਸਾ। ਉਹਨੂੰ ਮਾਂਜ ਧੋ ਕੇ ਬੜਿਆ ਖੁਸ਼ੀ ਨਾਲ ਉਹ ਰੁਪਈਆ ਲੈ ਕੇ ਬਾਜ਼ਾਰ ਨੂੰ ਚੱਲ ਪਿਆ। ਦੀਨ ਰਜਤ ਪਣ ਲੈ ਸੋ ਗਇਓ। ਉਹ ਜਿਹੜਾ ਰੁਪਈਆ ਸੀ ਲੈ ਕੇ ਗਿਆ, ਉਹ ਦਿੱਤਾ ਇਹਨੇ ਜਾ ਕੇ। ਸੁਧ ਕਾਰੂ ਸੁਨ ਬਿਸਮੈ ਭਇਓ। ਰਾਜੇ ਕਾਰੂ ਨੇ ਜਦੋਂ ਸੁਣਿਆ ਵੀ ਰੁਪਈਆ ਇੱਕ ਨਿੱਕਾ ਜਿਹਾ ਮੁੰਡਾ ਲੈ ਕੇ ਆਇਆ, ਉਹ ਬੜਾ ਹੈਰਾਨ ਹੋਇਆ ਸੁਣ ਕੇ, ਵੇਖ ਕੇ। ਗਹਿ ਮੰਗਵਾਇਓ ਤੇ ਤਤਕਾਲਾ। ਉਹਨੇ ਇਸ ਮੁੰਡੇ ਨੂੰ ਫੜ ਕੇ ਬੁਲਾ ਲਿਆ। ਆਨ ਸ਼ਾਸਨ ਅਧੀਨ ਬਿਸਾਲਾ। ਪਹਿਲਾਂ ਤਾਂ 2-4 ਉਹਦੇ ਚਪੇੜਾਂ ਮਰਵਾਈਆਂ। ਚਪੇੜਾਂ ਮਰਵਾ ਕੇ ਉਹਨੂੰ ਚੰਗੀ ਤਰ੍ਹਾਂ ਘੂਰ ਘੱਪ ਕੇ ਬੋਲਿਆ, ਇਹ ਤੇ ਲਿਆਇਓ ਸਾਚ ਬਤਾਵੋ। ਸੱਚੋ ਸੱਚ ਦੱਸੋ, ਤੈਨੂੰ ਮਾਰ ਦਿਆਂਗਾ, ਨਹੀਂ ਤਾਂ ਜਾਨੋ ਇਹ ਰੁਪਈਆ ਕਿੱਥੋਂ ਲਿਆਇਆ ਹੈ। ਮਾਰ ਹੈ ਤੁਰਤ ਜੇ ਕੂਰ ਅਲਾਵੋ। ਜੇ ਝੂਠ ਬੋਲਿਆ ਤੁਰਤ ਤੇਰਾ ਸਿਰ ਧੜ ਤੋਂ ਵੱਖਰਾ ਕਰ ਦਿਆਂਗੇ। ਤਬ ਬਾਲਕ ਨੇ ਸਾਚ ਉਚਾਰਾ। ਉਹ ਬਾਲਕ ਸੀ, ਬੱਚਾ ਬੋਲਿਆ, ਸੱਚੋ ਸੱਚ ਦੱਸਣ ਲੱਗਾ। ਮੈਂ ਕਾਢਿਓ ਪਿਤ ਗੋਰ ਮਝਾਰਾ। ਕਹਿਣ ਲੱਗਾ, ਜੀ ਮੈਂ ਆਪਣੇ ਪਿਓ ਦੀ ਕਬਰ ਚੋਂ ਪੁੱਟ
ਟੋਟ ਕੇ ਲਿਆਇਆ। ਹਮਰੇ ਘਰ ਮਹਿ ਏਕ ਜੇ ਪਾਵੋ, ਸਾਡੇ ਘਰ 'ਚ ਨਹੀਂ ਹੈ 1 ਰੁਪਈਆ ਵੀ ਨਹੀਂ ਮਿਲੇਗਾ। ਤਬ ਮੋਕੋ ਜਮ ਧਾਮ ਪਠਾਓ, ਜੇ ਸਾਡੇ ਘਰੋਂ ਮਿਲ ਜੇ ਤੇ ਜਿਵੇਂ ਮਰਜ਼ੀ ਮੈਨੂੰ ਮਾਰ ਦਿਓ, ਕੋਹ ਦਿਓ, ਮੈਂ ਕੁਝ ਨਹੀਂ ਆਖਾਂਗਾ। ਜਬ ਐਸੀ ਕਾਰੋਂ ਸੁਧ ਪਾਈ, ਜਦੋਂ ਰਾਜੇ ਕਾਰੂ ਨੂੰ ਇਹ ਖਬਰ ਹੋਈ ਵੀ ਕਬਰਾਂ ਵਿੱਚ ਵੀ ਰੁਪਈਏ ਗੱਡੇ ਪਏ ਨੇ, ਸਭ ਹੀ ਗੋਰਾ ਲੀਨ ਖੁਦਾਈ। ਇਹਦੇ ਦੇਸ਼ 'ਚ ਜਿੱਥੇ ਜਿੱਥੇ ਕਬਰਸਤਾਨ ਸੀ ਕਬਰਾਂ ਇਹਨੇ ਖੁਦਵਾਈਆਂ। ਕਹਿੰਦਾ ਜਿੰਨੀਆਂ ਕਬਰਾਂ ਸੀ ਪੁੱਟੋ ਸਾਰੀਆਂ। ਜਿਉਂਦੇ ਬੰਦੇ ਤਾਂ ਇਹਨੇ ਤੰਗ ਕੀਤੇ ਸੀ, ਜਿਹੜੇ ਕਬਰਾਂ 'ਚ ਪਏ ਉਹ ਵੀ ਨਹੀਂ ਇਹਨੇ ਛੱਡੇ, ਉਹਨਾਂ ਨੂੰ ਵੀ ਤੰਗ ਕੀਤਾ। ਉਹਨਾਂ ਦੀਆਂ ਕਬਰਾਂ ਖੁਦਾ ਕੇ ਉਹਨਾਂ ਵਿੱਚੋਂ ਰੁਪਈਏ ਕਢਾਉਣ ਲੱਗਾ। ਕਹੂੰ ਕਹੂੰ ਤੇ ਪਾਇਓ ਸੋਈ, ਹੁਣ ਸਾਰੀਆਂ ਕਬਰਾਂ 'ਚ ਥੋੜੀ ਮਿਲਦੇ ਸੀ, ਕਿਤੇ ਕਿਤੇ ਕਿਸੇ ਕਿਸੇ ਕਬਰ 'ਚੋਂ ਰੁਪਈਏ ਮਿਲੇ। ਇਹ ਸਮ ਜ਼ੁਲਮੀ ਔਰ ਨ ਕੋਈ। ਇਹ ਦਰਵੇਸ਼ ਜੀ, ਸੰਤ ਜੀ, ਇਹੋ ਜਿਹਾ ਸਾਡਾ ਰਾਜਾ, ਇਹੋ ਜਿਹਾ ਜ਼ੁਲਮੀ ਬਾਦਸ਼ਾਹ ਹੈ, ਇਹਦੇ ਜ਼ੁਲਮਾਂ ਦਾ ਅੰਤ ਨਹੀਂ। ਦਰਵਾਨਨ ਤੇ ਸੁਨ ਗੁਣ ਖਾਨੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦਰਵਾਨਚੀਆਂ ਕੋਲੋਂ ਆਪਣੇ ਰਾਜੇ ਦੀ ਖਬਰ ਸੁਣੀ। ਹੁਣ ਤਿਨ ਸੰਗ ਕਹੀ ਅਸਬਾਨੀ, ਬੋਲੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ, ਗੁਨਹਗਾਰ ਇਹ ਦੋਜਕ ਜਾਈ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਗੁਨਾਹ ਕਰਨ ਵਾਲਾ ਇਨਸਾਨ ਦੋਜਕਾਂ 'ਚ ਜਾਂਦਾ ਹੈ ਸਦ ਹੈ ਫਜੋ ਕਰੀ ਕਮਾਈ। ਲਾਨਤ ਹੈ ਇਹੋ ਜੀ ਕਮਾਈ ਦੇ ਜਿਹੜੇ ਇਸ ਢੰਗ ਨਾਲ ਕਮਾਏ ਜਾਣ। ਤ੍ਰਿਗ ਜੀਵਨ ਇਹ ਕੋ ਜਗ ਮਾਹੀ, ਇਹੋ ਜਿਹਾ ਜੀਵਣਾ ਹੀ ਤ੍ਰਿਗ ਹੈ ਇਹੋ ਜਿਹੇ ਬੰਦੇ ਦਾ। ਇਹ ਠਾਇਆ ਪਜਸ ਮਰ ਦੁਖ ਪਾਈ। ਇਹੋ ਜਿਹੇ ਬੰਦੇ ਸੰਸਾਰ 'ਚ ਅਪਜਸ ਪਾਉਂਦੇ ਤੇ ਮਰ ਕੇ ਵੀ ਦੁੱਖ ਭੋਗਦੇ ਹਨ। ਪਰਵਦਗਾਰ ਜਹਾਂ ਦਰਗਾਹ, ਜਿੱਥੇ ਪਰਵਰਦਗਾਰ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਹੈ, ਹੈ ਵਿਸਾਲ ਖਤਾਵੰਦ ਤਾਹ। ਇਹੋ ਜਿਹੇ ਲੋਕ ਉੱਥੇ ਰੱਬ ਦੀ ਦਰਗਾਹ 'ਚ ਬੜੇ ਖਤਾਬੰਦ ਹੁੰਦੇ ਐ, ਗੁਨਹਗਾਰ ਹੁੰਦੇ ਐ। ਜਬ ਹੋ ਵਹਿ ਗੋ ਕਸ਼ਟ ਮਹਾਨਾ, ਉੱਥੇ ਜਦੋਂ ਵੱਡਾ ਭਾਰੀ ਕਸ਼ਟ ਇਹੋ ਜਿਹਾ ਨੂੰ ਭੋਗਣਾ ਪੈਂਦਾ, ਤਬ ਪਛਤਾਏ ਮੀਜ ਹੈ ਪਾਨਾ। ਉੱਥੇ ਹੱਥ ਮਲਦੇ ਨੇ ਤੇ ਪਛਤਾਉਂਦੇ ਹਨ। ਆਪ ਇੱਕ ਬਾਤ ਸੁਨੋ ਦਰਵਾਨੋ, ਮਹਾਰਾਜ ਜੀ ਕਹਿਣ ਲੱਗੇ ਇਹਨਾਂ ਦਰਬਾਨਚੀਆਂ ਨੂੰ, ਸੁਣੋ ਸਾਡੀ ਗੱਲ। ਕਾਰੋ ਸੋਏ ਮਜਾਏ ਵੀ ਬਖਾਨੋ, ਜਾ ਕੇ ਤੁਸੀਂ ਰਾਜੇ ਕਾਰੂ ਨੂੰ ਸਾਡਾ ਸੁਨੇਹਾ ਦਿਓ। ਗਰੀਬ ਨਵਾਜ ਪਾਤਸ਼ਾਹ ਸੁਨੇਹਾ ਭੇਜ ਕੇ ਕਾਰੂ ਨੂੰ ਅਕਲ ਦੇ ਰਹੇ ਨੇ। ਗਰੀਬ ਨਵਾਜ ਪਾਤਸ਼ਾਹ ਆਪਣੀ ਰਸਨਾ ਤੋਂ ਨਸੀਹਤਨਾਮਾ ਉਚਾਰਨ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਨਸੀਹਤਨਾਮਾ ਉਚਾਰਦਿਆਂ ਸਾਹਿਬ ਨੇ ਬਚਨ ਫਰਮਾਏ, ਦਮੜਾ ਤਿਸੀ ਕਾ ਜੋ ਖਰਚਾ ਰਖਾਵੈ। ਇਹ ਪਾਵਨ ਬਚਨ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 हे अच्युत हे पार ब्रह्म हे पूरन हे सर्वमय हे संगी हे निरंकार हे गोविंद हे गुण निधान हे अपरंपर हर हरे हे संतह कै सदा संग हे ठाकुर हों दासरो नानक दीजै नाम दान आए प्रभ शरणागति
दयाल। ਏਕ ਅੱਖਰ ਹਰ ਮਨ ਬਸਤ, नानक होत निहाल। ਵਾਹਿਗੁਰੂ ਨਾਮ ਜਹਾਜ ਹੈ। चढ़े सो तरे पार, ਜੋ ਸ਼ਰਦਾ ਕਰ ਸੇਵੰਦੇ, गुर पार उतारण हार। ਵਾਹਿਗੁਰੂ ਨਾਮ ਜਹਾਜ ਹੈ। चढ़े सो तरे पार, ਜੋ ਸ਼ਰਦਾ ਕਰ ਸੇਵੰਦੇ, गुर पार उतारण हार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਾਹੇ ਗੁਰੂ ਵਾਹੇ ਗੁਰੂ ਦੰਡੋਤ ਬੰਦਨ ਅਨੇਕ ਬਾਰ ਸਰਬ ਕੇ ਲਾਸਨ ਰਥ ਡਾਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਦੇ ਕਰ ਹੱਥ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਡੁੱਬਦੇ ਪੱਥਰ ਤਾਰੇ ਡੁੱਬਦੇ ਪੱਥਰ ਤਾਰੇ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਾਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸੁਖ ਹੋਵੇ ਦਿਨ ਰਾਤੀ ਦਿਨ ਰਾਤੀ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਰੰਗ ਰਤਾ ਮੇਰਾ ਸਾਹਿਬ ਰੰਗ ਰਤਾ ਮੇਰਾ ਸਾਹਿਬ ਰੰਗ ਰਤਾ ਮੇਰਾ ਸਾਹਿਬ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਵ ਰਹਿਆ ਭਰਪੂਰ ਰੰਗ ਰਤਾ ਮੇਰਾ ਸਾਹਿਬ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਵ ਰਹਿਆ ਭਰਪੂਰ ਰੰਗ ਰਤਾ ਮੇਰਾ ਸਾਹਿਬ ਰੰਗ ਰਤਾ ਮੇਰਾ ਸਾਹਿਬ ਆਪੇ ਰਸਿਆ ਆਪ ਰਸ ਆਪੇ ਰਸਿਆ
आप रस आपे रावण हार आपे रावण हार आपे होवे चोलड़ा आपे होवे चोलड़ा आपे सेज बतार आपे सेज पतार रंग रता मेरा साहिब रंग